ਸਾਹਿਬ ਦਾ ਐਲਾਨ ਮੈਂ ਸੁਣ ਰਿਹਾ ਸੀ, ਸੰਬੋਧਨ ਕਰ ਰਹੇ ਸੀ। ਉਹ ਕਹਿੰਦੇ ਰੇਤ ਮਾਫੀਆ ਤੇ ਅਸੀਂ ਨੱਥ ਪਾ ਲਈ, ਹੁਣ ਕੇਵਲ ਮਾਫੀਆ ਤੇ ਪਾਵਾਂਗੇ ਨੱਥ। ਕਹਿੰਦੇ 5 ਰੁਪਏ ਰੇਤਾ ਮਿਲਦਾ, ਕਹਿੰਦੇ ਵੀ ਪਹਿਲਾਂ 25-30 ਰੁਪਏ ਮਿਲਦਾ ਸੀ, 50 ਰੁਪਏ ਮਿਲਦਾ ਸੀ। ਕਹਿੰਦੇ ਚੰਨੀ ਸਾਹਿਬ ਅਨਾਉਂਸਮੈਂਟ ਕਰ ਰਹੇ ਨੇ, ਇਹ 'ਚ ਕੋਈ ਦੋ ਰਾਏ ਨਹੀਂ। ਇਹ ਦੇਖੋ ਵੀ ਇੰਪਲੀਮੈਂਟ ਕਿੰਨੀਆਂ ਹੁੰਦੀਆਂ ਨੇ। ਚੰਨੀ ਸਾਹਿਬ ਨੇ ਕਿਹਾ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਰੇਤੇ ਦੀ ਹੈ, ਬਜਰੀ ਦੀ ਹੈ। ਮੈਂ 5 ਰੁਪਏ ਬਜਰੀ ਦਊਂਗਾ। मैं कहा तुसी चलो मेरे नाल, जे कोई बंदा थोनू 25 रुपये 30 रुपये भी दे दे, मैं मान लूँगा। ਸਭ ਤੋਂ ਵੱਧ ਨੁਕਸਾਨ ਅਕਾਲੀ ਦਲ ਨੂੰ ਬੇਅਦਬੀ ਮਾਮਲੇ 'ਚ ਹੋਇਆ। ਪ੍ਰਚਾਰ ਬਹੁਤ ਹੋਇਆ ਵਿਰੋਧੀਆਂ ਦੇ ਵੱਲੋਂ ਵੀ ਅਕਾਲੀ ਦਲ ਨੇ ਕਰਵਾਈ, ਇਸ ਦੇ ਪਿੱਛੇ ਅਕਾਲੀ ਦਲ ਹੈ। ਪਰ 5 ਸਾਲ ਬੀਤ ਗਏ ਨੇ, ਹੁਣ ਤਾਂ ਫਿਰ ਵੀ ਨਹੀਂ ਕੋਈ ਹੱਲ ਹੋਇਆ। ਮੂਰੇ ਫੇਰ ਉਹੀ ਮੁੱਦਾ ਖੜਾ ਹੈ। ਇੱਕ ਗੱਲ ਮੈਨੂੰ ਸੁਖਬੀਰ ਸਿੰਘ ਬਾਦਲ ਦੀ ਠੀਕ ਲੱਗੀ, ਉਹਨਾਂ ਨੇ ਗੁਰਦੁਆਰਾ ਸਾਹਿਬ ਖੜ੍ਹ ਕੇ ਕਿਹਾ ਕਿ ਜਿਹਨੇ ਬੇਅਦਬੀ ਕਰਵਾਈ ਹੈ, ਜਿਹੜਾ ਬੇਅਦਬੀ ਦੇ ਉੱਤੇ ਸਿਆਸਤ ਕਰਦਾ ਹੈ, ਉਹਦਾ ਕੱਖ ਨਾ ਰਹੇ। ਗੁਰੂ ਮਹਾਰਾਜ ਦਾ ਪਰਮਾਤਮਾ ਦਾ ਵਿਸ਼ਵਾਸ ਦੀ ਗੱਲ ਹੁੰਦੀ ਹੈ। ਮੈਂ ਪੂਰਾ ਵਿਸ਼ਵਾਸ ਕਰਦਾ ਕਿ ਜਿਹੜਾ ਬੰਦਾ ਉੱਥੇ ਝੂਠ ਬੋਲਦਾ ਹੈ, ਉਹਦਾ ਕੱਖ ਰਹਿੰਦਾ ਵੀ ਹੈ ਨਹੀਂ। ਜੇ ਕੈਪਟਨ ਸਾਹਿਬ ਨੇ ਬੋਲਿਆ, ਆਪਾਂ ਦੇਖ ਹੀ ਰਹੇ ਹਾਂ ਕੈਪਟਨ ਸਾਹਿਬ ਦਾ ਕੀ ਹਾਲ ਹੋਇਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੰਦਰ ਕਰਨ ਦੀ ਤਿਆਰੀ ਹੋ ਰਹੀ ਹੈ, ਕਿ ਸੱਚਾਈ ਹੈਗੀ ਇਹਦੇ ਗੱਲ? ਇਹ ਇਹਨਾਂ ਦਾ ਟਾਰਗੇਟ ਇਹ ਹੁੰਦਾ ਹੈ ਕਿ ਸੁਖਬੀਰ ਨੂੰ ਅੰਦਰ ਕਰ ਦਿਓ। ਇਹ ਕਦੇ ਇਹ ਨਹੀਂ ਕਿਹਾ ਇਹਨਾਂ ਨੇ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅੰਦਰ ਕਰਾਂਗੇ। ਕੇਜਰੀਵਾਲ ਸਾਹਿਬ ਨੂੰ ਕਿਵੇਂ ਦੇਖਦੇ ਹੋ? ਬੜੀਆਂ ਗਰੰਟੀਆਂ ਦੇ ਰਹੇ ਨੇ ਪੰਜਾਬ ਦੇ ਲੋਕਾਂ ਨੂੰ, ਚਾਹੇ ਤਾਂ ਅਧਿਆਪਕਾਂ ਨੂੰ ਪੱਕਾ ਕਰਨ ਦਾ ਹੋਵੇ, ਬਿਜਲੀ ਸਸਤੀ ਦੇਣ ਦਾ ਹੋਵੇ, ਨੌਜਵਾਨਾਂ ਨੂੰ ਨੌਕਰੀ ਦੇਣ ਦਾ ਹੋਵੇ। ਕਈ ਗਰੰਟੀਆਂ ਦੇ ਰਹੇ ਨੇ। ਕੀ ਲੱਗਦਾ ਕਿ ਪੰਜਾਬ ਦੇ ਲੋਕ ਨੇ ਗਰੰਟੀ 'ਤੇ ਯਕੀਨ ਕਰਨਗੇ? ਜੇ ਉਹ ਕੁਐਸਚਨ ਕੀਤਾ ਵੀ ਕਿਵੇਂ ਕਰੋਗੇ, ਆਹ ਕਹਿੰਦਾ ਇੱਕ ਪਾਸੇ ਟਰਾਂਸਪੋਰਟ ਆਪਣਾ ਮਾਫੀ ਬੈਠਾ ਹੈ, ਇੱਕ ਪਾਸੇ ਚੰਨੀ ਸਾਹਿਬ ਦੇ ਜਿਹੜਾ ਮਾਈਨਿੰਗ ਵਾਲਾ ਉਹ ਮਾਫੀ ਬੈਠਾ। ਮੈਂ ਤਾਂ ਇੱਥੇ ਹੀ ਪੂਰੇ ਕਰ ਲਵਾਂ, ਥੋੜ੍ਹੀ ਬਹੁਤੀ ਕੋਈ ਡਰਾਮੇਬਾਜ਼ੀ ਕਰ ਲਓ, ਠੀਕ ਹੈ। ਤੁਹਾਨੂੰ ਪਤਾ ਹੈ ਵੀ ਪਟਿਆਲੇ ਦੇ ਸਾਰੇ ਜਿੰਨੇ ਡਾਇਰੀਆਂ ਦੇ ਮਾਲਕ ਸੀ, ਉਹ ਰਾਤ ਨੂੰ 12 ਵਜੇ ਬੁਲਾਏ ਸੀ। ਕੀ ਦਿਨ 'ਚ ਚੰਨੀ ਸਾਹਿਬ ਕੋਲ ਟਾਈਮ ਨਹੀਂ ਸੀ ਜਾਂ ਡਾਇਰੀ ਵਾਲਿਆਂ ਕੋਲ ਟਾਈਮ ਨਹੀਂ ਸੀ? ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਦੀਪ ਸਿੰਘ ਭੋੜੇ। ਇਸ ਸਮੇਂ ਜਿਹੜੀ ਪੰਜਾਬ ਦੀ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ, ਕਿਉਂਕਿ 2022 ਦੀਆਂ ਚੋਣਾਂ ਬਿਲਕੁਲ ਨੇੜੇ ਨੇ। ਹਰ ਪਾਰਟੀ ਦੇ ਵੱਲੋਂ ਵੋਟਰਾਂ ਦੇ ਨਾਲ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ, ਵਾਅਦੇ ਵੀ ਹੋ ਰਹੇ ਨੇ, ਪਰ ਉਹ ਵਫਾ ਕਿਵੇਂ ਹੋਣਗੇ? ਸਾਰੀ ਰਣਨੀਤੀ ਜਿਹੜੀਆਂ ਪਾਰਟੀਆਂ ਤਿਆਰ ਕਰ ਰਹੀਆਂ ਨੇ। ਅਕਾਲੀ ਦਲ ਦੇ ਵੱਲੋਂ ਵੀ ਪੂਰੀ ਰਣਨੀਤੀ ਬਣਾਈ ਗਈ ਆ। ਤਕਰੀਬਨ 90 ਦੇ ਨੇੜੇ ਜਿਹੜੇ ਪਾਰਟੀ ਦੇ ਵੱਲੋਂ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ। ਸਾਡੇ ਨਾਲ ਜ਼ਿਲ੍ਹੇ ਦੇ ਪ੍ਰਧਾਨ ਨੇ ਸੁਰਜੀਤ ਸਿੰਘ ਰੱਖੜਾ, ਸਾਬਕਾ ਕੈਬਨਿਟ ਮੰਤਰੀ ਵੀ ਨੇ, ਅਕਾਲੀ ਦਲ ਦੀ ਸਰਕਾਰ ਦੇ ਵਿੱਚ ਰਹੇ ਸੀਨੀਅਰ ਲੀਡਰ ਵੀ ਨੇ ਪਾਰਟੀ ਦੇ। ਗੱਲਬਾਤ ਕਰਦੇ ਹਾਂ ਵੀ ਕਿਸ ਤਰ੍ਹਾਂ ਦੀ ਰਣਨੀਤੀ ਆ। ਪਹਿਲਾਂ ਨਾਲ ਸਵਾਗਤ ਕਰ ਲੈਂ ਰੱਖੜਾ ਸਾਹਿਬ, ਬਹੁਤ ਸਵਾਗਤ। ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ ਜੀ। ਰੱਖੜਾ ਸਾਹਿਬ, ਕਿਸ ਤਰ੍ਹਾਂ ਦੀ ਰਣਨੀਤੀ ਆ? 2022 ਦੀਆਂ ਚੋਣਾਂ ਬਿਲਕੁਲ ਸਿਰੇ 'ਤੇ ਨੇ, ਕਿਉਂਕਿ 4.5 ਸਾਲ 5 ਸਾਲ ਤਾਂ ਅਕਾਲੀ ਦਲ ਸੱਤਾ ਤੋਂ ਬਾਹਰ ਰਿਹਾ ਇੱਕ ਟਰਮ ਦੇ। ਹੁਣ ਕਿਹੜੀ ਰਣਨੀਤੀ ਬਣਾ ਰਹੇ ਹੋ? ਕਿਉਂਕਿ ਅਕਾਲੀ ਦਲ ਨੂੰ ਵਿਰੋਧੀ ਬੜਾ ਕਮਜ਼ੋਰ ਮੰਨ ਰਹੇ ਨੇ। ਕੁਲਦੀਪ ਜੀ, ਕੋਈ ਕਮਜ਼ੋਰ ਮੰਨੇ ਕੋਈ ਸਟਰੋਂਗ ਮੰਨੇ, ਇਸ ਗੱਲ ਨਾਲ ਸਾਡਾ ਕੋਈ ਤਾਲੁਕਾਤ ਨਹੀਂ। ਪਰ ਸਾਡਾ ਇਹ ਜ਼ਰੂਰ ਰਿਹਾ ਹੈ ਕਿ ਪ੍ਰੋਮਿਸ ਉਹ ਕਰੋ ਜਿਹੜੇ ਆਪਾਂ ਪੂਰੇ ਕਰ ਸਕਦੇ ਹਾਂ ਜੀ। ਇਹ ਨਹੀਂ ਹੈ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ ਅਸੀਂ ਪਿਛਲੀ ਵਾਰ ਕਿਹਾ ਸੀ ਕਿ ਕਾਂਗਰਸ ਵਾਲੇ ਬਹੁਤ ਝੂਠੇ ਵਾਅਦੇ ਕਰ ਰਹੇ ਨੇ ਜੀ, ਸੌਹਾਂ ਵੀ ਖਾ ਰਹੇ ਨੇ, ਪਰ ਇਹ ਪੂਰੇ ਨਾ ਪੂਰੇ ਹੋਣ ਵਾਲੇ ਵਾਅਦੇ ਨੇ। ਵੀ ਆਪਾਂ ਵੀ ਥੋੜ੍ਹਾ ਜਿਹਾ ਉਹ ਗੱਲ ਕਰ ਲਓ। ਉਹਨਾਂ ਦੀ ਇੱਕੋ ਗੱਲ ਸੀ ਕਿ ਮੈਨੂੰ 60 ਸਾਲ ਹੋ ਗਏ ਸਿਆਸਤ ਦੇ ਵਿੱਚ, ਮੈਂ ਕਦੇ ਕੋਈ ਇਹੋ ਜਿਹਾ ਪ੍ਰੋਮਿਸ ਨਹੀਂ ਕੀਤਾ ਜਿਹੜਾ ਮੈਂ ਨਾ ਪੂਰਾ ਕਰ ਸਕਦਾ ਹਾਂ। ਸਰਕਾਰ ਬਣੇ ਜਾਂ ਨਾ ਬਣੇ ਉਹ ਵੱਖਰੀ ਗੱਲ ਹੈ, ਪਰ ਆਪਾਂ ਨੇ ਪ੍ਰੋਮਿਸ ਉਹੀ ਕਰਨੇ ਨੇ ਜੋ ਆਪਾਂ ਪੂਰੇ ਕਰ ਸਕਦੇ ਹਾਂ ਜੀ। ਅਤੇ ਉਹਨਾਂ ਨੇ ਐਗਜ਼ਾਮਪਲ ਦਿੱਤੀ ਇੱਕ ਕਿ ਵੀ 95 ਦੀ 97 ਦੀ ਇਲੈਕਸ਼ਨ ਦੇ ਵਿੱਚ ਅਸੀਂ ਅਨਾਊਂਸ ਕੀਤਾ ਸੀ ਕਿ ਵੀ ਅਸੀਂ ਜ਼ਿਮੀਂਦਾਰਾਂ ਦੇ ਟਿਊਬਵੈੱਲਾਂ ਦੇ ਬਿੱਲ ਮਾਫ ਕਰਾਂਗੇ, ਐਸਸੀ ਭਾਈਚਾਰੇ ਦਾ 200 ਯੂਨਿਟ ਮਾਫ ਕਰਾਂਗੇ ਜੀ, ਅਸੀਂ 5100 ਰੁਪਇਆ ਸਗਨ ਦਿਆ ਕਰਾਂਗੇ। ਲੋਕ ਵਿਸ਼ਵਾਸ ਨਹੀਂ ਸੀ ਕਰਦੇ, ਪਰ ਪਹਿਲੀ ਮੀਟਿੰਗ ਦੇ ਵਿੱਚ ਤਿੰਨੇ ਫੈਸਲੇ ਕਰਤੇ ਸੀਗੇ ਅਤੇ ਇੱਕ ਵੀ ਨਹੀਂ। ਉਹ ਤੋਂ ਬਾਅਦ ਦੇ ਵਿੱਚ ਤਕਰੀਬਨ ਅਸੀਂ 15 ਸਾਲ ਰਾਜ ਕੀਤਾ ਹੈ। 15 ਇੱਕ ਦਿਨ ਨਹੀਂ ਕਿਹਾ। ਹਾਲਾਂਕਿ ਕੈਪਟਨ ਸਾਹਿਬ ਦਾ ਇੱਕ ਵਾਰ ਬਿੱਲ ਲਾਉਣ ਦੀ ਗੱਲ ਕਰਨ ਲੱਗ ਗਏ ਸੀਗੇ, ਅਤੇ ਅਸੀਂ ਇੱਕ ਵਾਰ ਵੀ ਇਹ ਗੱਲ ਨਹੀਂ ਕਹੀ ਕਿ ਇਹ ਦੁਬਾਰੇ ਬਿੱਲ ਲਾਉਣੇ ਨੇ। ਸੋ ਐਤਕੀ ਵੀ ਇਹੀ ਗੱਲ ਹੈ। ਪ੍ਰੋਮਿਸ ਅਸੀਂ ਵੀ 13 31 ਪ੍ਰੋਮਿਸ ਦਿੱਤਾ ਹੈ। ਹਫ਼ਤਾ ਡਿਸਕਸ ਕਰਕੇ ਕੋਰ ਕਮੇਟੀ 'ਚ ਬੈਠ ਕੇ ਕਿ ਇਹ ਪ੍ਰੋਮਿਸ ਕਿਵੇਂ ਪੂਰੇ ਕਰਨੇ ਨੇ ਜੀ, ਕਿਵੇਂ ਉਹ ਕਰਨਾ ਹੈ। ਕਈ ਉਹਦੇ 'ਚ ਅੜਚਣਾਂ ਵੀ ਆਈਆਂ, ਪਰ ਜਦ ਸਾਰਾ ਪੂਰਾ ਹੋ ਗਿਆ ਫਿਰ ਅਸੀਂ ਇਹ ਗੱਲ ਕੀਤੀ ਹੈ ਕਿ ਵੀ ਅਸੀਂ ਇਹ ਪੂਰੇ ਕਰਾਂਗੇ। ਜ਼ਿਲ੍ਹੇ ਤੋਂ ਕਿੰਨੀ ਕੁ ਤਿਆਰੀ ਹੈ? ਕਿੰਨੀਆਂ ਕੁ ਪਾਰਟੀ ਸੀਟਾਂ ਜਿੱਤੇਗੀ ਜ਼ਿਲ੍ਹੇ ਦੇ ਵਿੱਚੋਂ? ਕਿਉਂਕਿ ਤੁਸੀਂ ਜ਼ਿਲ੍ਹੇ ਦੇ ਜਰਨੈਲ ਹੋ, ਸੀਨੀਅਰ ਲੀਡਰ ਹੋ। ਕੁਲਦੀਪ ਜੀ, ਕਰਨੀ ਤਾਂ ਪਰਮਾਤਮਾ ਨੇ ਹੁੰਦੀ ਹੈ। ਮੈਂ ਤਾਂ ਬਹੁਤ ਵਿਸ਼ਵਾਸ ਕਰਦਾ ਗੁਰੂ ਮਹਾਰਾਜ ਅਤੇ ਪਰਮਾਤਮਾ 'ਤੇ, ਪਰ ਜਿਹੜੇ ਅੱਜ ਦੇ ਹਾਲਾਤ ਨੇ, ਅੱਜ ਤਾਂ ਇਹ ਲੱਗਦਾ ਹੈ ਵੀ 8 ਦੀਆਂ 8 ਸੀਟਾਂ ਸਾਡੇ ਜ਼ਿਲ੍ਹੇ ਦੇ ਵਿੱਚ ਆਉਣਗੀਆਂ। ਤੁਸੀਂ ਹਾਲਾਤ ਦੇ ਨਿਗਾਹ ਮਾਰ ਕੇ ਦੇਖੋ, ਜੋ ਹਾਲਾਤ ਚੱਲਦੇ ਨੇ। ਕੈਪਟਨ ਸਾਹਿਬ ਵੱਖਰੀ ਪਾਰਟੀ ਬਣਾਉਣ ਨੂੰ ਫਿਰਦੇ ਨੇ,
ਤੇ ਕਾਂਗਰਸ ਦੇ ਜੋ ਪਿੱਛੇ ਕੀਤਾ ਹੈ ਉਹ ਤੋਂ ਲੁਕਿਆ ਹੋਇਆ ਨਹੀਂ। ਆਪ ਦੀ ਜਿਹੜੀ ਗੱਲ ਹੈ ਉਹ ਵੀ ਤੁਸੀਂ ਦੇਖ ਲਓ ਵੀ ਕਿੱਥੇ ਖੜੇ ਨੇ। ਉਹ ਆਪ ਦੇ 4 ਮੈਂਬਰ ਪਾਰਲੀਮੈਂਟ ਜਿੱਤੇ, ਸਾਰਾ ਹਿੰਦੁਸਤਾਨ ਹਾਰ ਗਏ ਸੀ। ਇੱਕ ਪੰਜਾਬ ਸੀ ਜਿੱਥੇ 4 ਮੈਂਬਰ ਪਾਰਲੀਮੈਂਟ ਜਿੱਤੇ, ਚਾਰੇ 4 ਖਿੰਡ ਗਏ, ਸਿਰਫ ਭਗਵੰਤ ਮਾਨ ਰਹਿ ਗਿਆ ਇਹਨਾਂ ਕੋਲੇ। 22 MLA ਜਿੱਤੇ ਸੀ, 22 ਦੇ 22 ਹੁਣ ਮੇਰਾ ਖਿਆਲ ਹੈ ਸਾਰੇ ਉਰਾਂ ਪਰਾਂ ਹੋਏ ਪਏ ਨੇ, ਕੋਈ ਵੀ ਕਿਸੇ ਨਾਲ ਨਹੀਂ ਖੜਾ ਹੈ। ਤੇ ਸਾਰੇ ਕੋਈ ਕਾਂਗਰਸ 'ਚ ਵਗ ਗਿਆ, ਕੋਈ ਅਕਾਲੀ ਦਲ 'ਚ ਵਗ ਗਿਆ, ਕੋਈ ਕਿਤੇ ਵਗ ਗਿਆ, ਕੋਈ ਕਿਤੇ ਵਗ ਗਿਆ, ਕਿਤੇ ਕੋਈ ਗੱਲ ਨਹੀਂ। ਸੋ ਲੋਕਾਂ ਦਾ ਹੁਣ ਇਹਨਾਂ ਗੱਲਾਂ 'ਤੇ ਵਿਸ਼ਵਾਸ ਉੱਡਦਾ ਜਾਂਦਾ ਹੈ। ਕੇਜਰੀਵਾਲ ਸਾਹਿਬ ਨੇ ਹੁਣ ਮੇਰਾ ਖਿਆਲ ਹੈ ਥੋੜ੍ਹੇ ਦਿਨ ਦੀ ਗੱਲ ਹੀ ਹੈ, ਉਹਨਾਂ ਨੇ ਅਨਾਉਂਸ ਕੀਤਾ ਕਿ ਵੀ ਮੈਂ 1000 ਰੁਪਈਆ ਮਹਿਲਾਵਾਂ ਨੂੰ ਦਊਂਗਾ। ਬਿਲਕੁਲ ਬਹੁਤ ਚੰਗੀ ਗੱਲ ਹੈ, ਬਹੁਤ ਗੱਲ ਐਪਰੀਸ਼ੀਏਟ ਵੀ ਕਰਦੇ ਹਾਂ। ਪਰ ਜੇ ਉਹਨੂੰ ਕੁਐਸਚਨ ਕੀਤਾ ਵੀ ਕਿਵੇਂ ਕਰੋਗੇ, ਆਹ ਕਹਿੰਦਾ ਇੱਕ ਪਾਸੇ ਟਰਾਂਸਪੋਰਟ ਆਪਣਾ ਮਾਫੀ ਬੈਠਾ ਹੈ, ਇੱਕ ਪਾਸੇ ਚੰਨੀ ਸਾਹਿਬ ਦੇ ਤੁਹਾਡਾ ਜਿਹੜਾ ਮਾਈਨਿੰਗ ਵਾਲਾ ਉਹ ਮਾਫੀ ਬੈਠਾ, ਮੈਂ ਤਾਂ ਇੱਥੇ ਹੀ ਪੂਰੇ ਕਰ ਲੂੰਗਾ। ਦੇਖੋ ਕੋਈ ਚੀਜ਼ ਦੀ, ਹਰ ਚੀਜ਼ ਦੀ ਹੱਦ ਹੁੰਦੀ ਹੈ। ਜਿਵੇਂ ਇਹਦਾ ਟਰਾਂਸਪੋਰਟ ਮੰਤਰੀ ਕਰ ਰਿਹਾ ਹੈ, ਉੱਦਾਂ ਹੀ ਕੇਜਰੀਵਾਲ ਸਾਹਿਬ ਕਰ ਰਹੇ ਨੇ। ਮੇਰਾ ਖਿਆਲ ਨਹੀਂ ਹੈ ਕਿ ਤੁਸੀਂ 1000 ਕਰੋੜ ਰੁਪਈਆ ਹਰ ਮਹੀਨੇ ਟਰਾਂਸਪੋਰਟ 'ਚੋਂ ਤੇ ਮਾਈਨਿੰਗ ਦੇ ਵਿੱਚੋਂ ਕੱਢ ਸਕੋਗੇ। ਇਹ ਕਹਿਣ ਦੀ ਗੱਲ ਹੈ, ਪਰ ਮੈਨੂੰ ਨਹੀਂ ਲੱਗਦਾ ਹੈ। ਦੇਖੋ ਮੇਰੀ ਆਪਣੀ ਓਪੀਨੀਅਨ ਹੈ, ਪਰ ਮੈਨੂੰ ਨਹੀਂ ਲੱਗਦਾ ਹੈ ਕਿ ਐਡੀ ਬੜੀ ਲੁੱਟ ਖਸੁੱਟ ਹੋਊਗੀ। ਬਹੁਤ ਬੜੀ ਲੁੱਟ ਖਸੁੱਟ ਹੈ, ਕੋਈ ਦੋ ਰਾਇਆ ਨਹੀਂ। ਪਰ ਇਹ ਨਹੀਂ ਹੈ ਵੀ 1000 ਕਰੋੜ, ਜੇ 1000 ਕਰੋੜ ਰੁਪਇਆ ਨਿਕਲਦਾ ਹੋਵੇ ਫਿਰ ਤਾਂ ਪੰਜਾਬ ਨੂੰ ਕਿਤੋਂ ਦੀ ਕਿਤੇ ਲੈ ਜਾਵਾਂਗੇ। ਸਰਕਾਰ ਦਾ ਸਮਾਂ ਸਾਰਾ ਤਕਰੀਬਨ ਲੰਘ ਗਿਆ, ਕਾਂਗਰਸ ਸਰਕਾਰ ਦਾ ਕਿਸ ਤਰ੍ਹਾਂ ਦੇਖਦੇ ਹੋ ਕਾਰਗੁਜ਼ਾਰੀ ਨੂੰ? ਦੇਖੋ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਨੀ ਹੈ। ਚੰਨੀ ਸਾਹਿਬ ਅਨਾਉਂਸਮੈਂਟ ਤੇ ਅਨਾਉਂਸਮੈਂਟ ਕਰ ਰਹੇ ਨੇ, ਇਹ 'ਚ ਕੋਈ ਦੋ ਰਾਇਆ ਨਹੀਂ। ਇਹ ਦੇਖੋ ਵੀ ਇੰਪਲੀਮੈਂਟ ਕਿੰਨੀਆਂ ਹੁੰਦੀਆਂ ਨੇ। ਚੰਨੀ ਸਾਹਿਬ ਨੇ ਕਿਹਾ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਰੇਤੇ ਦੀ ਹੈ, ਬਜਰੀ ਦੀ ਹੈ। ਮੈਂ 5 ਰੁਪਏ ਬਜਰੀ ਦਊਂਗਾ। ਮੈਂ ਕਿਹਾ ਤੁਸੀਂ ਚਲੋ ਮੇਰੇ ਨਾਲ, ਜੇ ਕੋਈ ਬੰਦਾ ਤੁਹਾਨੂੰ 25 ਰੁਪਏ ਨੂੰ 30 ਰੁਪਏ ਨੂੰ ਵੀ ਦੇ ਦੇਵੇ, ਮੈਂ ਮੰਨ ਲੂੰ ਗੱਲ ਨੂੰ। ਇੱਕ 5 ਰੁਪਏ ਦੀ ਕਹਿਣ ਦੀ ਗੱਲ ਹੋਰ ਹੁੰਦੀ ਹੈ, ਇੱਕ ਗੱਲ ਕਰ ਲੈਣੀ। ਅੱਜ ਉਹਨਾਂ ਨੇ ਕਿਹਾ ਕਿ 100 ਰੁਪਇਆ ਕੇਬਲ ਲਾਓ। ਮੈਂ ਅੱਜ ਅਖਬਾਰ ਦੇ ਵਿੱਚ ਹੀ ਪੜ੍ਹਿਆ ਕਿ ਜਿਹੜਾ ਇਹ ਲਾ ਹੈ ਇਹ ਸੈਂਟਰ ਗੌਰਮੈਂਟ ਨੇ ਬਣਾਉਣਾ ਹੁੰਦਾ ਹੈ। ਉਹਦੇ ਉੱਤੇ 18% GST ਲੱਗਦੀ ਹੈ, ਜਦੋਂ 9% ਸਟੇਟ ਦੀ ਹੈ। ਤੇ 154 ਰੁਪਏ ਉਹ ਲੈ ਰਹੇ ਨੇ, ਜਿਹੜਾ 200 ਚੈਨਲ ਹੈ ਉਹਨਾਂ ਦਾ। ਤੁਸੀਂ ਵੀ ਪੜ੍ਹਿਆ ਹੋਣਾ ਅਖਬਾਰ ਦੇ ਵਿੱਚ, ਅਖਬਾਰ ਦੇ ਫਰੰਟ ਪੇਜ ਦੇ ਉੱਤੇ ਅੱਜ ਮੈਂ ਪੜ੍ਹਿਆ। ਜੇ ਪਹਿਲੇ 154 ਰੁਪਏ ਹੈ, 154 ਰੁਪਏ ਦੇ ਵਿੱਚੋਂ 24-25 ਰੁਪਏ ਦਾ ਸਰਕਾਰ ਦੇ ਹੀ ਨੇ। ਤੇ ਫਿਰ ਤੁਸੀਂ ਕਿਵੇਂ ਕਰੋਗੇ? ਤੁਸੀਂ ਮੰਨ ਲਓ ਜਿਹੜੀ ਚੀਜ਼ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਹੈ ਹੀ ਨਹੀਂ, ਉਹ ਤੁਸੀਂ ਕਿਵੇਂ ਲਾਗੂ ਕਰੋਗੇ? ਸੋ ਹਰ ਚੀਜ਼ ਚੀਫ ਮਿਨਿਸਟਰ ਦਾ ਅਹੁਦਾ ਬਹੁਤ ਵੱਡਾ ਹੁੰਦਾ ਹੈ, ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ। ਚੀਫ ਮਿਨਿਸਟਰ ਕੋਈ ਗੱਲ ਨਹੀਂ ਵੀ ਅੱਜ ਕਾਂਗਰਸ ਦਾ ਚੀਫ ਮਿਨਿਸਟਰ ਹੈ। ਚੀਫ ਮਿਨਿਸਟਰ ਸਾਰੇ ਪੰਜਾਬ ਦਾ ਹੈ, ਪੰਜਾਬੀਆਂ ਦਾ ਹੈ। ਜਦੋਂ ਚੀਫ ਮਿਨਿਸਟਰ ਬਣ ਜਾਂਦਾ, ਸਰਕਾਰ ਬਣ ਜਾਂਦਾ, ਤਾਂ ਸਾਰੇ ਸਟੇਟ ਦੀ ਹੁੰਦੀ ਹੈ। ਪਰ ਉਹਨਾਂ ਨੂੰ ਕਦੇ ਵੀ ਇਹੀ ਜਿਹੀ ਗੱਲ ਨਹੀਂ ਕਰਨੀ ਚਾਹੀਦੀ ਜਿਹੜੀ ਆਪਾਂ ਮੈਂ ਤੁਹਾਡੇ ਕੋਲ 2 ਗੱਲਾਂ ਕੀਤੀਆਂ ਨੇ। ਜੇ 2 ਗੱਲਾਂ ਨਹੀਂ ਪੂਰੀਆਂ ਹੁੰਦੀਆਂ, ਇਹ ਤੋਂ ਪਹਿਲੀਆਂ ਗੱਲਾਂ ਵੀ ਦੇਖ ਲਓ ਕਿੰਨੀਆਂ ਪੂਰੀਆਂ ਹੁੰਦੀਆਂ ਨੇ। ਹਾਲ ਤੱਕ ਬਿਜਲੀ ਬੋਰਡ ਕੋਲ ਕੋਈ ਪੈਸਾ ਗਿਆ? ਸਰਕਾਰ ਕਹੇ ਕਿ ਅਸੀਂ ਲੋਕਾਂ ਨੂੰ ਮਾਫੀ ਦਿੱਤੀ ਹੈ। ਉਹਨਾਂ ਨੇ ਕਿਹਾ ਸੀ ਪਹਿਲੇ ਕਿ ਮੈਂ 1200 ਕਰੋੜ ਰੁਪਏ ਦੀ ਮਾਫੀ ਦਿੱਤੀ ਹੈ, ਤਾਂ 1200 ਕਰੋੜ ਨਹੀਂ 1000 ਕਰੋੜ ਰੁਪਏ ਦਿੰਦੇ ਬਿਜਲੀ ਬੋਰਡ ਨੂੰ ਵੀ ਲਓ ਜੀ ਆਹ ਮਾਫੀ ਦਿੱਤੀ ਹੈ, ਮੈਂ ਆਹ ਲਓ, ਆਹ ਮਾਫ ਕਰ ਦਿਓ। ਇਹਦਾ ਇੱਕ ਪਾਸੇ ਕੱਢ ਕੇ ਤੇ ਦੂਜੇ ਤੇ ਕਰਜ਼ਾ ਚਾੜਤਾ। ਇਹੀ ਗੱਲ ਹੋਈ ਹੈ ਨਾ, ਇਸ ਤੋਂ ਬਾਅਦ ਤਾਂ ਕੁਛ ਨਹੀਂ ਹੋਈ। ਸੋ ਆਪਾਂ ਇਹ ਤਾਂ ਡਿਪਾਰਟਮੈਂਟਲ ਨੂੰ ਇਹ ਤਾਂ ਇਹ ਕਹੋ ਵੀ ਬਿਜਲੀ ਬੋਰਡ ਨੇ ਸਬਸਿਡੀ ਦਿੱਤੀ ਹੈ ਨਾ, ਕਿ ਸਰਕਾਰ ਨੇ ਦਿੱਤੀ ਹੈ। ਚੰਨੀ ਸਾਹਿਬ ਦਾ ਐਲਾਨ ਮੈਂ ਸੁਣ ਰਿਹਾ ਸੀ, ਸੰਬੋਧਨ ਕਰ ਰਹੇ ਸੀ, ਉਹ ਕਹਿੰਦੇ ਰੇਤ ਮਾਫੀਆ ਤੇ ਅਸੀਂ ਨੱਥ ਪਾ ਲਈ, ਹੁਣ ਕੇਵਲ ਮਾਫੀਆ ਤੇ ਪਾਵਾਂਗੇ ਨੱਥ। ਕਹਿੰਦੇ 5 ਰੁਪਏ ਰੇਤਾ ਮਿਲਦਾ, ਕਹਿੰਦੇ ਵੀ ਪਹਿਲਾਂ 25-30 ਰੁਪਏ ਮਿਲਦਾ ਸੀ, 50 ਰੁਪਏ ਮਿਲਦਾ ਸੀ। ਕਹਿੰਦੇ ਦੇਖੋ ਮੈਂ ਤਾਂ ਪਹਿਲਾਂ ਹੀ ਬੇਨਤੀ ਕੀਤੀ ਹੈ ਵੀ 5 ਰੁਪਏ ਕਹਿਤਾ ਉਹਨਾਂ ਨੇ ਕਿ ਲੋਕਾਂ ਨੂੰ 5 ਰੁਪਏ ਮਿਲਦਾ ਹੈ। ਆਪਾਂ ਦੇਖੋ ਥੋੜ੍ਹੀ ਬਹੁਤੀ ਕੋਈ ਡਰਾਮੇਬਾਜ਼ੀ ਕਰ ਲਓ, ਠੀਕ ਹੈ। ਤੁਹਾਨੂੰ ਪਤਾ ਹੈ ਵੀ ਪਟਿਆਲੇ ਦੇ ਸਾਰੇ ਜਿੰਨੇ ਡਾਇਰੀਆਂ ਦੇ ਮਾਲਕ ਸੀ ਉਹ ਰਾਤ ਨੂੰ 12 ਵਜੇ ਬੁਲਾਏ ਸੀ। ਕੀ ਦਿਨ 'ਚ ਚੰਨੀ ਸਾਹਿਬ ਕੋਲ ਟਾਈਮ ਨਹੀਂ ਸੀ ਜਾਂ ਡਾਇਰੀ ਵਾਲਿਆਂ ਕੋਲ ਟਾਈਮ ਨਹੀਂ ਸੀ? ਫਿਰ ਕੀ ਚੀਫ ਮਿਨਿਸਟਰ ਹਾਊਸ ਦੇ ਵਿੱਚ ਕੋਈ ਕੁਰਸੀ ਹੈ ਹੀ ਨਹੀਂ ਸੀ ਕੰਧ 'ਤੇ ਬੈਠਣ ਦੀ? ਕੀ ਮੀਡੀਆ ਇਹ ਰਾਤ ਨੂੰ ਵੀ ਉਹਦੇ ਪਿੱਛੇ ਸਿਰਫ ਆਪਾਂ ਮੀਡੀਆ ਦੇ ਵਿੱਚ ਸਾਰੀਆਂ ਗੱਲਾਂ ਦਿਖਾ ਰਹੇ ਹਾਂ ਵੀ ਆਹ ਅਸੀਂ ਕਰ ਰਹੇ ਹਾਂ, ਰਾਤ ਨੂੰ 12 ਵਜੇ ਮਿਲ ਰਹੇ ਹਾਂ, 1 ਮਿਲ ਰਹੇ ਹਾਂ। ਜੇ ਦਿਨ 'ਚ ਕੰਮ ਪੂਰਾ ਕਰ ਲੈਣ, ਕੰਮ ਕਰਨ ਦਾ ਦਿਨ ਬਹੁਤ ਹੈ ਜੇ ਇਰਾਦਾ ਹੋਵੇ ਤਾਂ। ਪਰ ਜੇ ਲੋਕਾਂ ਤੱਕ ਗੱਲ ਪਹੁੰਚਾਉਣੀ ਹੈ, ਲੋਕਾਂ ਤੱਕ ਹੀ ਜਾਣੀ ਹੈ, ਉਹ ਗੱਲ ਵੱਖਰੀ ਹੈ। ਦੇਖੋ ਸਾਡਾ ਡਿਊਟੀ ਬਣਦੀ ਹੈ ਕਿ ਅਸੀਂ ਆਪਣੇ ਚੀਫ ਮਿਨਿਸਟਰ ਦਾ ਸਤਿਕਾਰ ਕਰੀਏ, ਪਰ ਅਸੀਂ ਚੀਫ ਮਿਨਿਸਟਰ ਤੋਂ ਇਹੋ ਜਿਹੀਆਂ ਗੱਲਾਂ ਵੀ ਨਹੀਂ ਚਾਹੁੰਦੇ ਹਾਂ ਕਿ ਜਿਹੜੀਆਂ ਲੱਗਣ ਹਰ ਬੰਦੇ ਨੂੰ ਵੀ ਇਹ ਤਾਂ ਡਰਾਮੇਬਾਜ਼ੀ ਹੋ ਰਹੀ ਹੈ। ਰਖੜਾ ਸਾਹਿਬ, ਸਭ ਤੋਂ ਵੱਧ ਨੁਕਸਾਨ ਅਕਾਲੀ ਦਲ ਨੂੰ ਬੇਅਦਬੀ ਮਾਮਲੇ 'ਚ ਹੋਇਆ। ਪ੍ਰਚਾਰ ਬਹੁਤ ਹੋਇਆ ਵਿਰੋਧੀਆਂ ਦੇ ਵੱਲੋਂ ਵੀ ਅਕਾਲੀ ਦਲ ਨੇ ਕਰਵਾਈ, ਇਸ ਦੇ ਪਿੱਛੇ ਅਕਾਲੀ ਦਲ ਹੈ। ਪਰ 5 ਸਾਲ ਬੀਤ ਗਏ ਨੇ, ਹੁਣ ਤਾਂ ਫਿਰ ਵੀ ਨਹੀਂ ਕੋਈ ਹੱਲ ਹੋਇਆ। ਮੂਹਰੇ ਫਿਰ ਉਹੀ ਮੁੱਦਾ ਖੜਾ ਹੈ ਕਿ ਲੋਕ ਇਸ ਵੇਰ ਉਸ ਮੁੱਦੇ ਦੇ ਸਿਰ ਤੇ ਜਿਹੜੇ ਮੁੱਦੇ ਉਭਾਰਨਗੇ ਉਹਨੂੰ ਵੋਟ ਦੇਣਗੇ, ਉਹ ਮੁੱਦੇ ਨੂੰ ਲੈ ਕੇ।
ਦੇਖੋ ਇਹਦੇ 'ਚ ਕੋਈ ਦੋ ਰਾਇਆ ਨਹੀਂ, ਸਾਡੇ ਖਿਲਾਫ ਬਹੁਤ ਬੜਾ ਪ੍ਰੋਪਗੈਂਡਾ ਹੋਇਆ ਸੀਗਾ, ਬੇਅਦਬੀ ਹੋਈ ਵੀ ਸਾਡੀ ਸਰਕਾਰ ਸੀ, ਜ਼ਿੰਮੇਵਾਰੀ ਵੀ ਸਾਡੀ ਬਣਦੀ ਸੀ, ਇਹਦੇ ਕੋਈ ਦੋ ਰਾਇਆ ਨਹੀਂ ਹਨ। ਦੇਖੋ ਮੇਰੀ ਆਪਣੀ ਰਾਏ ਹੈ ਇਹ, ਪਰ ਉਦੋਂ ਇੱਕ ਇਹੋ ਜਿਹੀ ਲਹਿਰ ਚੱਲ ਪਈ ਕਿ ਵੀ ਅਸੀਂ ਪੰਜਾਬ ਸਰਕਾਰ ਤੋਂ, ਪੰਜਾਬ ਪੁਲਿਸ ਤੋਂ ਇਨਕੁਆਇਰੀ ਨਹੀਂ ਕਰਾਉਣੀ ਹੈ ਇਹਦੀ, ਇਹ CBI ਨੂੰ ਦਿਓ। ਉਹ ਮੇਰਾ ਖਿਆਲ ਕੁਝ ਮਹੀਨੇ ਬਾਅਦ ਹੀ CBI ਕੋ ਕੇਸ ਚੱਲਿਆ ਸੀਗਾ। ਤੇ ਅਦਰਵਾਈਜ਼ ਇਹ ਕੇਸ ਕੱਢਣਾ ਕੋਈ ਬਹੁਤਾ ਔਖਾ ਕੰਮ ਨਹੀਂ ਸੀ। ਜੋ ਕੁਝ ਪੰਜਾਬ ਪੁਲਿਸ ਕਰ ਸਕਦੀ ਹੈ, ਮੈਂ ਅੱਜ ਸਾਡੀ ਸਰਕਾਰ ਨਹੀਂ ਹੈ, ਪਰ ਫਿਰ ਮੈਂ ਮੰਨਦਾ ਕਿ ਪੰਜਾਬ ਸਰਕਾਰ, ਪੰਜਾਬ ਪੁਲਿਸ ਜੋ ਕਰ ਸਕਦੀ ਹੈ ਉਹ ਸ਼ਾਇਦ CBI ਨਹੀਂ ਕਰ ਸਕਦੀ। ਉਹਨਾਂ ਨੇ ਕੁਝ ਮਹੀਨਿਆਂ ਦੇ ਵਿੱਚ ਕੇਸ ਕੱਢ ਲੈਣਾ ਸੀ। ਉਸ ਤੋਂ ਬਾਅਦ ਦੇ ਵਿੱਚ CBI ਕੋਲ ਚਲੇਗਾ, CBI ਨੇ ਜੋ ਕੀਤਾ ਆਪਾਂ ਸਾਰਿਆਂ ਨੂੰ ਪਤਾ ਹੈ। ਉਸ ਤੋਂ ਬਾਅਦ ਅੱਜ 5 ਸਾਲ ਸਰਕਾਰ ਨੂੰ ਹੋ ਗਏ, ਕਾਂਗਰਸ ਨੂੰ ਵੀ ਆਈ ਨੂੰ, ਕੇਸ ਵਾਪਸ ਆਏ ਨੂੰ ਵੀ ਕਿੰਨਾ ਹੋ ਗਿਆ, ਕਿੰਨੀਆਂ ਸਿੱਟਾਂ ਬਣ ਗਈਆਂ। ਸਹੀ ਆਪਾਂ ਕੀ ਸੁਣਦੇ ਹਾਂ, ਜਿਹੜਾ ਮੈਂ ਸੁਣਦਾ ਆ ਰਿਹਾ ਕਿ ਜੀ ਸੁਖਬੀਰ ਬਾਦਲ ਨੂੰ ਅੰਦਰ ਕਰ ਦਿਓ, ਪ੍ਰਕਾਸ਼ ਸਿੰਘ ਬਾਦਲ ਨੂੰ ਅੰਦਰ ਕਰ ਦਿਓ, ਉਹਨਾਂ ਦੇ ਪਾ ਦਿਓ। ਕਦੇ ਕਿਸੇ ਗੱਲੋਂ ਮੈਂ ਇਹ ਗੱਲ ਨਹੀਂ ਸੁਣੀ ਕਿ ਜੋ ਬੇਅਦਬੀ ਆਏ ਅਸਲ ਦੋਸ਼ੀ ਨੇ ਤੁਸੀਂ ਉਹਨਾਂ ਨੂੰ ਅੰਦਰ ਕਰ ਦਿਓ। ਇੱਕ ਗੱਲ ਮੈਨੂੰ ਸੁਖਬੀਰ ਸਿੰਘ ਬਾਦਲ ਦੀ ਠੀਕ ਲੱਗੀ, ਉਹਨਾਂ ਨੇ ਗੁਰਦੁਆਰਾ ਸਾਹਿਬ ਖੜ੍ਹ ਕੇ ਕਿਹਾ ਕਿ ਜਿਹਨੇ ਬੇਅਦਬੀ ਕਰਵਾਈ ਹੈ, ਜਿਹੜਾ ਬੇਅਦਬੀ ਦੇ ਉੱਤੇ ਸਿਆਸਤ ਕਰਦਾ ਹੈ, ਉਹਦਾ ਕੱਖ ਨਾ ਰਹੇ। ਗੁਰੂ ਮਹਾਰਾਜ ਦਾ, ਪਰਮਾਤਮਾ ਦਾ ਵਿਸ਼ਵਾਸ ਦੀ ਗੱਲ ਹੁੰਦੀ ਹੈ, ਮੈਂ ਪੂਰਾ ਵਿਸ਼ਵਾਸ ਕਰਦਾ ਕਿ ਜਿਹੜਾ ਬੰਦਾ ਉੱਥੇ ਝੂਠ ਬੋਲਦਾ ਹੈ ਉਹਦਾ ਕੱਖ ਰਹਿੰਦਾ ਵੀ ਹੈ ਨਹੀਂ। ਜੇ ਕੈਪਟਨ ਸਾਹਿਬ ਨੇ ਬੋਲਿਆ, ਆਪਾਂ ਦੇਖ ਹੀ ਰਹੇ ਹਾਂ ਕੈਪਟਨ ਸਾਹਿਬ ਦਾ ਕੀ ਹਾਲ ਹੋਇਆ। ਸੋ ਇੱਦੋਂ ਵੱਡੀ ਗੱਲ ਕੋਈ ਹੈ ਨਹੀਂ। ਜੇ ਕੋਈ ਵੀ ਦੋਸ਼ੀ ਹੈ, ਜਦ ਅਸੀਂ ਕਹਿ ਰਹੇ ਹਾਂ, ਅਸੀਂ ਤਾਂ ਕਹਿ ਰਹੇ ਕਿ ਵੱਡਾ ਛੋਟਾ, ਸੁਖਬੀਰ ਹੋਵੇ, ਚਾਹੇ ਮੈਂ ਹੋਵਾਂ, ਚਾਹੇ ਤੁਸੀਂ ਹੋਵੋ, ਜੋ ਮਰਜ਼ੀ ਹੋਵੇ, ਜੋ ਦੋਸ਼ੀ ਹੈ ਉਹਨੂੰ ਫੜ ਕੇ ਅੰਦਰ ਕਰ ਦਿਓ, ਲੋਕ ਸੰਤੁਸ਼ਟ ਹੋ ਜਾਣਗੇ। ਪਰ ਜਦੋਂ ਆਪਾਂ ਕਹਿੰਦੇ ਹਾਂ ਵੀ ਫਲਾਣੇ ਬੰਦੇ ਨੂੰ ਅੰਦਰ ਕਰ ਦਿਓ, ਫਿਰ ਆਪਾਂ ਦੋਸ਼ੀ ਦੀ ਗੱਲ ਨਹੀਂ ਕਰਦੇ, ਫਿਰ ਆਪਾਂ ਬੰਦਿਆਂ ਦੀ ਗੱਲ ਕਰਦੇ ਹਾਂ। ਅਕਾਲੀ ਦਲ ਦੇ ਲੀਡਰਾਂ ਨੇ ਵੀ ਦਾਅਵਾ ਕੀਤਾ ਸੀ ਵੀ ਕੋਈ ਐਸੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੰਦਰ ਕਰਨ ਦੀ ਤਿਆਰੀ ਹੋ ਰਹੀ ਹੈ। ਕਿ ਸੱਚਾਈ ਹੈਗੀ ਇਹਦੇ ਗੱਲ ਵਿੱਚ? ਦੇਖੋ ਮੈਂ ਤਾਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਕਿ ਇਹਨਾਂ ਦਾ ਟਾਰਗੇਟ ਇਹ ਹੁੰਦਾ ਕਿ ਸੁਖਬੀਰ ਨੂੰ ਅੰਦਰ ਕਰ ਦਿਓ। ਇਹ ਕਦੇ ਇਹ ਨਹੀਂ ਕਿਹਾ ਇਹਨਾਂ ਨੇ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅੰਦਰ ਕਰਾਂਗੇ, ਕਦੇ ਵੀ ਨਹੀਂ ਕਿਹਾ। ਹਮੇਸ਼ਾ ਇਹ ਗੱਲ ਚੱਲਦੀ ਹੈ ਵੀ ਸੁਖਬੀਰ ਨੂੰ ਅੰਦਰ ਕਰ ਦਿਓ। ਮੈਂ ਤਾਂ ਇੱਕੋ ਵਾਰ ਸੁਣਿਆ ਹੈ, ਅਕਾਲ ਤਖ਼ਤ ਜਥੇਦਾਰ ਸਾਹਿਬ ਨੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਕਿਹਾ ਸੀ ਕਿ ਜੀ ਮੇਰੇ ਕੋਲ ਕੋਈ ਭੱਦਰ-ਪੁਰਸ਼ ਆਇਆ ਤੇ ਉਹ ਆ ਕੇ ਕਹਿਣ ਲੱਗਿਆ ਜੀ ਤੁਹਾਨੂੰ ਜੀ ਕੁਛ ਕਰਨ ਦੀ ਲੋੜ ਨਹੀਂ, ਤੁਸੀਂ ਤਾਂ ਸਾਰੀ ਦੁਨੀਆ ਦੇ ਵਿੱਚ ਇੰਨੇ ਪਾਪੂਲਰ ਹੋ ਜਾਓਗੇ, ਤੁਸੀਂ ਤਾਂ ਸੁਖਬੀਰ ਬਾਦਲ ਦਾ ਨਾਮ ਲੈ ਦਿਓ, ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਲੈ ਦਿਓ। ਫਿਰ ਜਦੋਂ ਆਪਾਂ ਇਦਾਂ ਦੀ ਗੱਲ ਕਰਾਂਗੇ, ਇਹਦਾ ਮਤਲਬ ਆਪਾਂ ਧਾਰਮਿਕ ਗੱਲ ਨਹੀਂ ਕਰ ਰਹੇ ਹਾਂ, ਆਪਾਂ ਤਾਂ ਕਿਸੇ ਨੂੰ ਟਾਰਗੇਟ ਕਰ ਰਹੇ ਹਾਂ। ਮੈਂ ਇਸ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਹਾਂ। ਸਾਡੀ ਡਿਊਟੀ ਚਾਹੀਦਾ, ਸਾਡਾ ਫਰਜ਼ ਬਣਦਾ, ਕੋਈ ਵੱਡਾ ਹੋਵੇ, ਕੋਈ ਛੋਟਾ ਹੋਵੇ, ਕੋਈ ਪਾਰਟੀ ਹੋਵੇ, ਅਕਾਲੀ ਪਾਰਟੀ ਹੋਵੇ, ਕਾਂਗਰਸ ਹੋਵੇ, ਆਪ ਹੋਵੇ, ਕੋਈ ਵੀ ਪਾਰਟੀ ਹੋਵੇ, BJP ਹੋਵੇ, ਜਿਹੜਾ ਦੋਸ਼ੀ ਆ ਉਹਨੂੰ ਫੜ ਕੇ ਅੰਦਰ ਕਰੋ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਗੱਲ ਆਪਾਂ ਸਾਰੇ ਚਾਹੁੰਦੇ ਹਾਂ, ਪਰ ਆਪਾਂ ਟਾਰਗੇਟ ਕਰਦੇ ਫਲਾਣੇ ਬੰਦੇ ਨੂੰ ਕਰ ਦਿਓ, ਉਹ ਬਹੁਤੀ ਫੇਅਰ ਨਹੀਂ। ਕੱਲ੍ਹ ਲੁਧਿਆਣੇ ਪਹੁੰਚੇ ਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। ਉਹਨਾਂ ਨੇ ਇਲਜ਼ਾਮ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨਾਲ ਮਿਲੇ ਹੋਏ ਸੀ। ਨਾਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਲਟਵਾਰ ਕਰਤਾ। ਉਹ ਕਹਿੰਦੇ ਵੀ ਚੰਨੀ ਦੇ ਭਰਾ ਸੀ ਜਿਹੜੇ ਸੈਂਟਰ ਸਿਟੀ ਘਟਾਲਾ ਮਾਮਲਾ ਸੀ ਲੁਧਿਆਣੇ ਦਾ, ਉਹ ਮਾਮਲੇ ਵਿੱਚ ਮੁਲਜ਼ਮ ਸੀ। ਕਹਿੰਦੇ ਵੀ ਉਹਨਾਂ ਦਾ ਸਮਝੌਤਾ ਹੋਇਆ ਸੀ ਬਾਦਲਾਂ ਨਾਲ 2007 ਦੇ ਵਿੱਚ ਵੋਟਾਂ ਪਾਉਣ ਦੇ ਲਈ, ਵੀ ਉਹ ਮਿਲੇ ਹੋਏ ਸੀ, ਉਹਨਾਂ ਨੇ ਸਮਝੌਤਾ ਕੀਤਾ ਸੀ। ਦੇਖੋ ਅਖਬਾਰ 'ਚ ਮੈਂ ਹੀ ਪੜ੍ਹਿਆ ਅੱਜ ਫਰੰਟ ਪੇਜ ਤੇ ਲੱਗਿਆ ਹੋਇਆ। ਹਾਂ, ਇਸ ਗੱਲ ਦਾ ਦੇਖੋ ਨਾ ਤੁਸੀਂ ਦੇਖਿਆ ਨਾ ਮੈਂ ਦੇਖਿਆ, ਪਰ ਜੇ ਕੈਪਟਨ ਸਾਹਿਬ ਕਹਿੰਦੇ ਨੇ ਤਾਂ ਇਹਦਾ ਮਤਲਬ ਕਿਤੇ ਕਿਤੇ ਕੋਈ ਸਚਾਈ ਵੀ ਹੋਵੇ। ਦੇਖੋ ਸੈਲਫ ਇੰਟਰਸਟ ਆ ਜਾਂਦੇ ਨੇ। ਹੁਣ ਵੀ ਆਪਾਂ ਦੇਖ ਹੀ ਰਹੇ ਹਾਂ ਕਿ ਜੋ ਉਹਦੇ ਭਰਾ ਕਹਿੰਦੇ ਉੱਥੋਂ ਇਲੈਕਸ਼ਨ ਲੜਨੀ ਹੈ। ਜੇ ਚੀਫ ਮਿਨਿਸਟਰ ਬਣਿਆ, ਪਾਰਟੀ ਦਾ ਲੀਡਰ ਬਣਿਆ, ਉਹਦੀ ਡਿਊਟੀ ਬਣਦੀ ਹੈ ਫੇਅਰ ਕੰਮ ਕਰਨਾ। ਉਦੋਂ ਫਿਰ ਜੇ ਤੁਸੀਂ ਆਪਣੇ ਆਪ ਨੂੰ ਖਿੱਚਣ ਲੱਗ ਜਾਓਗੇ, ਹੋਰ ਕਰਨ ਲੱਗ ਜਾਓਗੇ, ਦੇਖੋ ਮੈਂ ਉਸ ਗੱਲ ਦੇ ਹੱਕ 'ਚ ਹੈ ਨਹੀਂ। ਪਰ ਚੰਨੀ ਸਾਹਿਬ ਤਾਂ ਕਹਿੰਦੇ ਵੀ ਘਰ ਘਰ ਗੱਲ ਚੱਲ ਰਹੀ ਹੈ ਚੰਨੀ ਦੀ ਵੀ, ਚੰਨੀ ਮਸਲੇ ਹੱਲ ਕਰਦਾ। ਤੁਸੀਂ ਦੇਖਿਆ ਹੋਣਾ ਬੱਸਾਂ ਦੇ ਵੀ ਬੋਰਡ ਲੱਗੇ ਨੇ, ਬੱਸਾਂ ਤੇ ਵੀ ਦੇਖਿਆ, ਬੋਰਡਾਂ ਦੇ ਉੱਤੇ ਵੀ ਦੇਖਿਆ। ਤੁਸੀਂ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਬਹੁਤ ਬੋਰਡ ਲੱਗੇ ਸੀ ਕਿ ਨਰਮੇ ਦਾ, ਖਰਾਬੇ ਦਾ ਢੁਕਵਾਂ ਮੁਆਵਜ਼ਾ ਦਿੱਤਾ। ਸਾਰੇ ਪੰਜਾਬ ਦੇ ਵਿੱਚ ਬੋਰਡ ਲੱਗੇ ਹੋਏ ਸੀ, ਅਖਬਾਰਾਂ ਦੇ ਵਿੱਚ ਵੀ ਬੜੀਆਂ ਆਈਟਾਂ ਆਈਆਂ। ਤੇ ਕਿਸਾਨ ਯੂਨੀਅਨ ਨੇ ਉੱਥੇ ਜਾ ਕੇ ਘੇਰਿਆ, ਗੱਲ ਕੀਤੀ, ਉੱਥੇ ਆਲ ਪਾਰਟੀ ਮੀਟਿੰਗ ਵੀ ਹੋਈ, ਉਹਦੇ 'ਚ ਫੈਸਲਾ ਹੋਇਆ ਕਿ ਵੀ ਆਪਾਂ 17,000 ਰੁਪਏ ਪਰ ਏਕੜ ਮੁਆਵਜ਼ਾ ਦੇਣਾ। ਤੇ ਆਪਾਂ ਕੰਮ ਕਰਨ ਤੋਂ ਪਹਿਲਾਂ ਹੀ ਆਪਣੀ ਐਡਵਰਟਾਈਜ਼ ਸ਼ੁਰੂ ਕਰਤੀ। ਦੇਖੋ ਇਹ ਨਹੀਂ ਬਣਦਾ ਹੈ ਜੇ ਕਿ ਆਪਾਂ ਟਾਈਮ ਤੋਂ ਪਹਿਲਾਂ ਹੀ ਗੱਲ ਕਰੀਏ ਵੀ ਅਸੀਂ ਕਰਤੀ, ਕਰਕੇ ਬੋਰਡ ਇੱਕ ਨਹੀਂ 10 ਲਾਓ। ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਵੀ ਆਹ ਕੰਮ ਕਰਿਆ ਅਸੀਂ, ਇਹਦੇ ਬੋਰਡ ਲਾ ਲਓ। ਪਰ ਆਪਾਂ ਕੰਮ ਤਾਂ ਹਲੇ ਆਪਣਾ ਕੋਈ ਹੋਇਆ ਹੀ ਨਹੀਂ, ਮੁਆਵਜ਼ੇ ਦੀ ਗੱਲ ਨਹੀਂ ਚੱਲੀ ਹੈ। ਲੋਕ ਰੋਜ਼ ਐਜੀਟੇਸ਼ਨ ਕਰ ਰਹੇ ਨੇ, ਕਿਸਾਨ ਯੂਨੀਅਨ ਐਜੀਟੇਸ਼ਨ ਕਰ ਰਹੀਆਂ ਨੇ, ਤੇ ਤੁਸੀਂ ਕਰ ਰਹੇ ਹੋ, ਤੁਸੀਂ ਬੋਰਡ ਲਾਦੇ ਸਾਰੇ ਕਿ ਜੀ ਅਸੀਂ ਢੁਕਵਾਂ ਮੁਆਵਜ਼ਾ ਦਿੱਤਾ। ਸੋ ਇਹੀ ਗੱਲਾਂ ਇਹ ਕਰ ਰਹੇ ਨੇ ਜੀ। ਰਖੜਾ ਸਾਹਿਬ, ਅਕਾਲੀ ਦਲ ਦਾ 100 ਸਾਲ ਦਾ ਇਤਿਹਾਸ ਹੋ ਗਿਆ। ਬਿਲਕੁਲ ਠੀਕ ਹੈ। ਕਿੱਥੇ ਦੇਖਦੇ ਹੋ ਤੁਸੀਂ ਪਾਰਟੀ ਨੂੰ ਸਟੈਂਡ ਕਰਦੇ? ਕਿਉਂਕਿ ਸੀਨੀਅਰ ਲੀਡਰ ਪਾਰਟੀ ਕਈ ਛੱਡ ਚੁੱਕੇ ਨੇ, ਸੁਖਦੇਵ ਸਿੰਘ ਢੀਂਡਸਾ ਹੋਣ, ਰਣਜੀਤ ਸਿੰਘ ਬ੍ਰਹਮਪੁਰਾ ਹੋਣ, ਹੋਰ ਵੀ ਕਈ ਵੱਡੇ ਲੀਡਰ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਨੇ। ਕਿ ਜਿਹਾ ਕਿਉਂ ਹੋ ਰਿਹਾ? ਕੀ ਕੋਈ ਪਾਰਟੀ ਦੇ ਵਿੱਚ ਕਮੀ ਆ, ਕੋਈ ਪ੍ਰਧਾਨ ਸਾਹਿਬ ਦੇ ਵਿੱਚ ਕਮੀ ਆ, ਕੋਈ ਕੀ ਗੱਲ ਹੋ ਰਹੀ ਹੈ, ਕਿਉਂ ਛੱਡ ਰਹੇ ਨੇ? ਕਿਉਂਕਿ ਅਕਾਲੀ ਦਲ ਨੂੰ ਸਿੱਖਾਂ ਦੀ ਪਾਰਟੀ ਮੰਨਿਆ ਜਾਂਦਾ ਹਮੇਸ਼ਾ, ਪਰ ਅਜਿਹਾ ਕਿਉਂ ਹੋ ਰਿਹਾ?
ਦੇਖੋ ਇਸ ਗੱਲ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਸਾਡੀ ਮੈਂ ਇਹ ਗੱਲ ਮੰਨਦਾ ਕਿ ਸਾਡੇ ਢੀਂਡਸਾ ਸਾਹਿਬ ਵੀ ਬੜੇ ਸਤਿਕਾਰਯੋਗ ਨੇ, ਬ੍ਰਹਮਪੁਰਾ ਸਾਹਿਬ ਵੀ ਬੜੇ ਸਤਿਕਾਰਯੋਗ ਨੇ, ਔਰ ਬੜਾ ਸਤਿਕਾਰ ਵੀ ਹੈਗਾ ਉਹਨਾਂ ਦਾ। ਮੈਂ ਤਾਂ ਅੱਜ ਵੀ ਸਤਿਕਾਰ ਕਰਦਾ। ਤੇ ਵੱਡੇ ਬਾਲ ਸਾਹਿਬ ਨੇ ਵੀ ਬੜੀ ਉਹਨੇ ਬੇਨਤੀ ਕੀਤੀ ਸੀ ਵੀ ਜੇ ਆਪਾਂ ਵਿਦਨ ਪਾਰਟੀ ਰਹਿ ਕੇ ਆਪਾਂ ਕਰੀਏ, ਉਹਨਾਂ ਦੇ ਮਨ ਦੇ ਵਿੱਚ ਕੀ ਆਇਆ ਕੀ ਨਹੀਂ ਇਹ ਹੁਣ ਉਹਨਾਂ ਨੂੰ ਪਤਾ ਹੈ। ਮਤਲਬ ਉਹ ਕਿਸੇ ਗੱਲ ਦੇ ਉੱਤੇ ਮੰਨੇ ਨਹੀਂ, ਹਾਲਾਂਕਿ ਸਤਿਕਾਰ ਵੀ ਦਿੱਤਾ ਪਾਰਟੀ ਨੇ। ਢੀਂਡਸਾ ਸਾਹਿਬ ਹਮੇਸ਼ਾ ਹੀ ਮੈਂਬਰ ਰਹੇ ਨੇ, ਆਪਣਾ ਰਾਜ ਸਭਾ ਦੇ ਮੈਂਬਰ ਰਹੇ ਨੇ, ਤੇ ਪਰਮਿੰਦਰ ਸਿੰਘ ਢੀਂਡਸਾ ਵੀ ਹਮੇਸ਼ਾ ਸਾਡੇ ਬੜੇ ਸੀਨੀਅਰ ਮੰਤਰੀ ਰਹੇ ਨੇ। ਹੁਣ ਕੀ ਉਹਨਾਂ ਦੇ ਮਨ 'ਚ ਗੱਲ ਹੈ ਕੀ ਨਹੀਂ ਹੈ ਇਹ ਤਾਂ ਪਰਮਾਤਮਾ ਹੀ ਜਾਣਦਾ। ਤੇ ਬ੍ਰਹਮਪੁਰਾ ਸਾਹਿਬ ਦੇ ਬੜਾ ਸਤਿਕਾਰ ਸੀਗਾ। ਅਸੈਂਬਲੀ ਦੇ ਵਿੱਚ ਪਿੱਛੇ ਰਹਿ ਗਏ, ਉਹਨਾਂ ਨੇ ਪਾਰਲੀਮੈਂਟ ਲਈ, ਪਾਰਲੀਮੈਂਟ ਦੇ ਵਿੱਚ ਵੀ ਬੜੇ ਸੀਨੀਅਰ ਰਹੇ, ਮੇਰਾ ਖਿਆਲ ਹੈ ਉਹ ਲੀਡਰ ਵੀ ਰਹੇ ਨੇ। ਪਰ ਹੁਣ ਕੀ ਗੱਲ ਹੈ ਇਹਦੇ ਬਾਰੇ ਮੈਂ ਕੋਈ ਬਹੁਤੀ ਗੱਲ ਨਹੀਂ ਕਹਿਣਾ ਚਾਹੁੰਦਾ। ਪਰ ਮੇਰੇ ਮਨ ਦੇ ਵਿੱਚ ਅਸੀਂ ਵੀ ਸੁਖਬੀਰ ਸਿੰਘ ਬਾਦਲ ਵੀ ਉਹਨਾਂ ਦਾ ਸਤਿਕਾਰ ਕਰਦੇ ਨੇ, ਅੱਜ ਵੀ ਸਤਿਕਾਰ ਕਦੇ ਉਹਨਾਂ ਨੇ ਕਦੇ ਹਮੇਸ਼ਾ ਮੈਂ ਦੇਖਿਆ ਢੀਂਡਸਾ ਸਾਹਿਬ ਦੀ ਪੈਣੀ ਥਲਾਉਂਦੇ ਰਹੇ ਨੇ, ਉਹ ਬ੍ਰਹਮਪੁਰਾ ਸਾਹਿਬ ਦੀ ਪੈਣੀ ਥਲਾਉਂਦੇ ਰਹੇ ਨੇ। ਹਮੇਸ਼ਾ ਉਹਨਾਂ ਨੇ ਕਦੇ ਇਹੋ ਜਿਹੀ ਗੱਲ ਨਹੀਂ ਕੀਤੀ, ਕੋਈ ਇਗਨੋਰ ਵਾਲੀ ਗੱਲ ਜਾਂ ਕੀ ਹੋਇਆ ਕੀ ਨਹੀਂ ਹੋਇਆ ਇਹ ਪਰਮਾਤਮਾ ਨੂੰ ਪਤਾ। ਹੁਣ ਕਦੇ ਹੁਣ ਚੋਣਾਂ ਬਿਲਕੁਲ ਨੇੜੇ ਨੇ, ਕੋਈ ਮਨਾਉਣ ਦਾ ਯਤਨ ਨਹੀਂ ਹੋਇਆ ਉਹਨਾਂ ਨੂੰ, ਜਾਂ ਤੁਹਾਡੇ ਵੱਲੋਂ ਜਾਂ ਪਾਰਟੀ ਪ੍ਰਧਾਨ ਵੱਲੋਂ? ਕੋਈ ਪਾਰਟੀ ਦੇ ਵਿੱਚ ਜਦੋਂ ਮੀਟਿੰਗ ਹੁੰਦੀ ਹੈ ਕਈ ਵਾਰ ਉਦੋਂ ਫਿਰ ਚਰਚਾ ਨਹੀਂ ਹੁੰਦੀ ਹੈਗੀ? ਨਹੀਂ, ਚਰਚਾ ਤਾਂ ਦੱਸਿਆ ਮੈਂ ਸਾਡਾ ਤਾਂ ਵੀ ਉਹ ਲੀਡਰਾਂ ਨੂੰ ਮਨਾਇਆ ਜਾਵੇ ਜੋ ਪਾਰਟੀ ਦੀ ਰੀੜ੍ਹ ਦੀ ਹੱਡੀ ਸੀ, ਸੀਨੀਅਰ ਲੀਡਰ ਸੀ। ਮਾਂ ਜੀ ਪੂਰਾ ਸਤਿਕਾਰ ਕਰਦੇ ਆ ਉਹਦਾ, ਪਰ ਜਿੱਥੇ ਤੱਕ ਤਾਂ ਮਨਾਉਣ ਵਾਲੀ ਗੱਲ ਹੈ ਇਹ ਉੱਪਰਲੇ ਲੈਵਲ ਦੀ ਗੱਲ ਹੈ, ਮੇਰੇ ਲੈਵਲ ਤੋਂ ਘੱਟੋ ਘੱਟ ਉੱਪਰ ਦੀ ਗੱਲ ਹੈ। ਪਰ ਮਨਾਉਣ 'ਚ ਕੋਈ ਹਰਜ ਨਹੀਂ। ਮੈਂ ਇਹ ਗੱਲ ਜ਼ਰੂਰ ਸਮਝਦਾ ਕਿ ਜੇ ਪਾਰਟੀ ਇਕੱਠੀ ਹੁੰਦੀ ਹੋਵੇ, ਇੱਕ ਅਸੀਂ ਦਾ ਛੋਟਾ ਵਰਕਰ ਹੋਵੇ, ਉਹਦੀ ਵੀ ਅਸੀਂ ਮਿਹਨਤ ਕਰਦੇ ਹਾਂ ਕਿ ਵੀ ਆਓ ਪਾਰਟੀ ਦੇ ਵਿੱਚ ਰਹਿ ਕੇ ਆਪਾਂ ਗੱਲ ਕਰਨੀ, ਸਾਡੀ ਡਿਊਟੀ ਬਣਦੀ ਹੈ, ਫਰਜ਼ ਬਣਦਾ। ਜੇ ਅਸੀਂ ਨਹੀਂ ਮਨਾਵਾਂਗੇ ਤਾਂ ਹੋਰ ਕੌਣ ਮਨਾਊਗਾ? ਪਟਿਆਲੇ ਜ਼ਿਲ੍ਹੇ 'ਚ ਕੋਈ ਇਹੋ ਜਿਹੀ ਗੱਲ ਹੋਵੇ, ਮੇਰੀ ਡਿਊਟੀ ਬਣਦੀ ਹੈ ਮੈਂ ਆਪਦੇ ਘਰ ਜਾਵਾਂ, ਉਹਦੀ ਮਿਹਨਤਾਰੀ ਕਰਾਂ, ਜੋ ਕਿਤੇ ਕੋਤਾਹੀ ਹੋਈ ਹੈ ਉਹ ਮਾਫੀ ਮੰਗਾਂ, ਮੈਂ ਕੋਈ ਡਰ ਨਹੀਂ, ਤੇ ਮੰਨ ਲੈਣੀ ਚਾਹੀਦੀ ਹੈ। ਕੇਜਰੀਵਾਲ ਸਾਹਿਬ ਨੂੰ ਕਿਵੇਂ ਦੇਖਦੇ ਹੋ? ਬੜੀਆਂ ਗਰੰਟੀਆਂ ਦੇ ਰਹੇ ਨੇ ਪੰਜਾਬ ਦੇ ਲੋਕਾਂ ਨੂੰ, ਚਾਹੇ ਤਾਂ ਅਧਿਆਪਕਾਂ ਨੂੰ ਪੱਕਾ ਕਰਨ ਦਾ ਹੋਵੇ, ਬਿਜਲੀ ਸਸਤੀ ਦੇਣ ਦਾ ਹੋਵੇ, ਨੌਜਵਾਨਾਂ ਨੂੰ ਨੌਕਰੀ ਦੇਣ ਦਾ ਹੋਵੇ, ਕਈ ਗਰੰਟੀਆਂ ਦੇ ਰਹੇ ਨੇ। ਕੀ ਲੱਗਦਾ ਕਿ ਪੰਜਾਬ ਦੇ ਲੋਕ ਉਹਨਾਂ ਦੀ ਗਰੰਟੀ 'ਤੇ ਯਕੀਨ ਕਰਨਗੇ? ਦੇਖੋ ਕੇਜਰੀਵਾਲ ਸਾਹਿਬ ਦੀ ਗੱਲ ਤਕਰੀਬਨ ਉਹਨਾਂ ਦੀ 10 ਸਾਲ ਸਰਕਾਰ ਹੋਈ ਗਈ ਅਟਸਟਾ ਜਾ ਦਿੱਲੀ ਦੇ ਵਿੱਚ, ਉਹ ਜੋ ਉਹਨਾਂ ਨੇ ਉੱਥੇ ਕੀਤਾ ਹੈ ਉਹ ਇੱਥੇ ਕਹਿਣਗੇ ਅਸੀਂ ਆਹ ਕੀਤਾ ਹੈ। ਆਪਣੇ ਆਪ ਨੂੰ ਮੀਆਂ ਮੁੱਠੀ ਬਣਾ, ਕਰੋਨਾ ਦੇ ਵਿੱਚ ਕਿੰਨੀਆਂ ਕੈਜੂਅਲਟੀਜ਼ ਹੋਈਆਂ ਨੇ, ਕਿੰਨੇ ਲੋਕ ਆਏ ਨੇ, ਇੱਥੇ ਸਾਡੇ ਪੰਜਾਬ ਦਾ ਹੀ ਮਾਹੌਲ ਖਰਾਬ ਕਰਤਾ ਸੀ। ਬੈੱਡ ਲੈਣਾ, ਹੋਰ ਲਾਉਣਾ, ਕਿੰਨੇ ਪੈਸੇ ਦੀ ਗੱਲ ਚੱਲਦੀ ਰਹੀ, ਹੋਰ ਦੀ ਗੱਲ ਚੱਲਦੀ ਰਹੀ। ਪਰ ਆਪਣੇ ਆਪ ਨੂੰ ਵੀ ਕਹੀ ਜਾਣਾ। ਕੇਜਰੀਵਾਲ ਸਾਹਿਬ ਸਿਆਸਤ 'ਚ ਆਉਣ ਤੋਂ ਪਹਿਲਾਂ ਕਹਿੰਦੇ ਸੀ ਵੀ ਐਡ ਦੇ ਉੱਤੇ ਇੰਨੇ ਪੈਸੇ ਲਾਉਂਦੇ ਨੇ। ਅੱਜ ਮੇਰਾ ਖਿਆਲ ਹੈ ਵੀ ਸਭ ਤੋਂ ਵੱਧ ਜੇ ਐਡ ਹੈ ਤਾਂ ਕੇਜਰੀਵਾਲ ਸਾਹਿਬ ਦੀ ਹੈ। ਤੇ ਜੇ ਤੁਸੀਂ ਸਿਕਿਉਰਿਟੀ ਦੀ ਗੱਲ ਕਰ ਲਓ, ਸਿਕਿਉਰਿਟੀ ਵੀ ਉਹਨਾਂ ਦੀ ਸਭ ਤੋਂ ਵੱਧ ਹੈ। ਜੋ ਉਹਨਾਂ ਨੇ ਗੱਲਾਂ ਕੀਤੀਆਂ ਸੀ ਆ ਕੇ, ਉਹਦੇ ਉਹ ਉਲਟ ਕਰ ਰਹੇ ਨੇ। ਅੱਜ ਹੀ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਤੁਸੀਂ ਇੱਕ ਚੀਜ਼ ਦੱਸੋ, ਜਿਵੇਂ ਹੁਣ ਇਹਨਾਂ ਨੇ ਕਿਹਾ ਕਿ ਅਸੀਂ 1000 ਰੁਪਈਆ ਮਹਿਲਾਵਾਂ ਨੂੰ ਦੇਵਾਂਗੇ, ਉਹਨਾਂ ਨੇ ਕਿਹਾ ਕਿ ਅਸੀਂ 300 ਯੂਨਿਟ ਮਾਫ ਕਰਾਂਗੇ, ਤੇ ਪਿੰਡਾਂ ਦੇ ਵਿੱਚ ਜਾ ਕੇ, ਸ਼ਹਿਰਾਂ ਦੇ ਵਿੱਚ ਜਾ ਕੇ ਫਾਰਮ ਭਰਨੇ ਸ਼ੁਰੂ ਕਰਤੇ। ਜੇ ਸਾਰਿਆਂ ਨੇ ਮਾਫ ਕਰਨੇ ਨੇ, ਸਾਰਿਆਂ ਨੂੰ ਪੈਸੇ ਦੇਣੇ, ਕੋਈ ਫਾਰਮ ਭਰਨ ਦੀ ਤੁੱਕ ਬਣ ਜਾਂਦੀ ਹੈ। ਕਿਉਂਕਿ ਲੋਕਾਂ ਦੇ ਜਾਣ ਦਾ ਬਹਾਨਾ ਭਾਲਦੇ ਨੇ, ਕੋਈ ਇਹੋ ਜਿਹੀ ਗੱਲ ਕਰਕੇ ਲੋਕਾਂ ਦੇ ਵਿੱਚ ਆਈਏ। ਇਹੀ ਫਾਰਮ ਕਾਂਗਰਸ ਨੇ ਭਰੇ ਸੀ, ਪਰ ਕਿਹੜੇ ਪੂਰੇ ਹੋਏ ਸੀ? ਜੇ ਹਰ ਪਰਿਵਾਰ ਦੇ ਵਿੱਚ ਨੌਕਰੀ ਦੇਣੀ ਸੀ, ਹਰ ਬੰਦਾ ਕਰਜ਼ਾ ਮਾਫ ਕਰਨਾ ਸੀ, ਫਿਰ ਕੋਈ ਫਾਰਮ ਭਰਨ ਦੀ ਲੋੜ ਸੀ? ਚੰਨੀ ਸਾਹਿਬ ਵੀ ਆਟੋ ਡਰਾਈਵਰਾਂ ਦੇ ਨਾਲ ਚਾਹ ਪੀ ਰਹੇ ਨੇ, ਕੇਜਰੀਵਾਲ ਸਾਹਿਬ ਰੋਟੀ ਖਾ ਕੇ ਆਏ ਨੇ। ਕੀ ਲੱਗਦਾ ਕਿ ਲੋਕ ਜਾਂ ਆਟੋ ਡਰਾਈਵਰ ਕੋਈ ਫਰਕ ਪਊਗਾ ਨਾ ਤੇ ਵੋਟਾਂ ਪਾਉਣਗੇ ਇਸ ਨਾਲ? ਦੇਖੋ ਫਰਕ ਪਵੇ ਜਾਂ ਨਾ ਪਵੇ ਉਹ ਵੱਖਰੀ ਗੱਲ ਹੈ। ਜੇ ਮੈਂ ਗਲਤੀ ਕਰਦਾ ਕਿਤੇ ਤਾਂ ਮੈਂ ਸਜ਼ਾ ਹੱਕਦਾਰ ਹਾਂ ਜਾਂ ਨਹੀਂ ਹੱਕਦਾਰ? ਤੁਸੀਂ ਆਮ ਹੀ ਅੱਜ ਸੁਣਿਆ ਹੋਣਾ ਟੀਵੀ ਤੇ ਵੀ, ਤੁਸੀਂ ਸੋਸ਼ਲ ਮੀਡੀਆ ਤੇ ਵੀ, ਆਪਣੇ ਰਾਜਾ ਵੜਿੰਗ ਕਹਿ ਰਹੇ ਨੇ ਕਿ ਮੈਂ 1 ਕਰੋੜ ਰੁਪਈਆ ਆਮਦਨ ਵਧਾਤੀ, ਰੋਜ਼ ਦੀ ਵਧਾਤੀ। ਸੁਣ ਰਹੇ ਹੋ ਤੁਸੀਂ? ਪਹਿਲਾਂ ਸਰਕਾਰ ਕਿਹਦੀ ਸੀ? ਪਹਿਲਾਂ ਮੰਤਰੀ ਕੌਣ ਸੀ? ਕਿਹੜੇ ਅਫਸਰ ਕੌਣ ਸੀ? ਇਹਦਾ ਮਤਲਬ ਜੇ ਹੁਣ ਵਧਾਈ ਹੈ ਤਾਂ ਪਹਿਲਾਂ ਹੀ ਵੱਧ ਸਕਦੀ ਸੀ। ਕੀ ਉਹਨਾਂ ਨੂੰ ਕੋਈ ਸਜ਼ਾ ਦਿੱਤੀ ਹੈ? ਕੋਈ ਹੈ? ਦੇਖੋ ਮੈਂ ਉਹ ਕਰ ਲੈਣਾ ਕਿ ਵੀ ਇੰਨਾ ਕਰਤਾ ਇੰਨਾ ਕਰਤਾ। ਉਹ ਤਾਂ ਕਹਿੰਦੇ ਨੇ ਵੀ ਰਾਜਾ ਵੜਿੰਗ ਵੀ ਕਹਿੰਦੇ ਨੇ, ਹੋਰ ਵੀ ਉਹਨਾਂ ਦੇ ਮੰਤਰੀ ਕਹਿੰਦੇ ਕੈਪਟਨ ਸਾਹਿਬ ਮਿਲੇ ਹੋਏ ਸੀ ਜੀ, ਤਾਂ ਨਹੀਂ ਕਹਿੰਦੇ ਬੱਸਾਂ ਨੂੰ ਆਰਬਿਟਰ ਨੂੰ ਬਦਲਣ ਦੀ। ਮੰਤਰੀ ਤਾਂ ਇਹਨਾਂ ਦੇ ਸੀਗੇ, ਇਹੀ ਮੰਤਰੀ ਸੀਗੇ ਜਿਹੜੇ ਇਹ ਸੀਗੇ। ਇੱਕ ਕੈਪਟਨ ਤੋਂ ਬਿਨਾਂ ਦੇਖੋ ਮੈਂ ਦੱਸਾਂ ਅਸਲ ਗੱਲ ਕੀ ਹੋਈ ਹੈ, ਮੈਂ ਕਹਿਣੀ ਨਹੀਂ ਸੀ ਚਾਹੁੰਦਾ। ਇਹਨਾਂ ਕੋਲ ਪਹਿਲਾਂ ਵੀ ਪੀਕੇ ਨੇ ਕੰਮ ਕੀਤਾ ਸੀਗਾ, ਪੀਕੇ ਨੇ ਪ੍ਰੋਮਿਸ ਕਰਵਾਏ ਸੀ, ਉਹਨੇ ਸੌਹਾਂ ਖਵਾਈਆਂ ਸੀ। ਹੁਣ ਉਹਨੇ ਇੱਕੋ ਗੱਲ ਕੀਤੀ ਕਿ ਜੇ ਤੁਸੀਂ ਇਹੀ ਵਾਅਦੇ ਕੈਪਟਨ ਸਾਹਿਬ ਕਰਨਗੇ ਤਾਂ ਇਹ ਬਿਲਕੁਲ ਲਾਗੂ ਨਹੀਂ ਹੋਣੇ, ਇਹ ਬਿਲਕੁਲ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ। ਤੁਸੀਂ ਕੈਪਟਨ ਨੂੰ ਪਰਾਂ ਕਰਕੇ ਨਵਾਂ ਮੁੱਖ ਮੰਤਰੀ ਬਣਾ ਦਿਓ, ਫਿਰ ਲੋਕ ਸੁਣਨ ਨਵੀਂ ਸਰਕਾਰ ਆ ਗਈ, ਨਵੀਂ ਸਰਕਾਰ ਆ ਗਈ। ਇਹਦੇ ਦੇਣਾ ਕੀ ਇਹਨਾਂ ਨੇ?
ਸੋਚ ਕੇ ਦੇਖੋ, ਉਹਨਾਂ ਨੇ ਕਿਹਾ ਕਿ ਅਸੀਂ 3 ਰੁਪਏ ਯੂਨਿਟ ਸਸਤਾ ਕਰਤੀ ਬਿਜਲੀ। ਜੀ ਮੰਨ ਲਈ ਗੱਲ 360 ਬਿੱਲ ਜਿਹੜਾ 7 ਕਿਲੋਵਾਟ ਤੋਂ ਥੱਲੇ ਆਏ ਨੇ ਕਨੈਕਸ਼ਨ, ਉਹਦਾ 2 ਮਹੀਨੇ ਬਿੱਲ ਆਉਂਦਾ ਹੈ। ਇਹਦਾ ਮਤਲਬ ਬਿੱਲ ਤਾਂ ਅਗਲੀ ਸਰਕਾਰ 'ਚ ਆਊਗਾ। ਇਹ ਜੋ ਕਹਿ ਰਹੇ ਨੇ ਕਿ ਅਗਲੀ ਸਰਕਾਰ ਕਰੂਗੀ, ਜਿਹੜੀ ਇਮੀਡੀਏਟ ਕਰਨ ਵਾਲੀ ਗੱਲ ਸੀ, ਰੇਤੇ ਦੀ ਵਾਲੀ ਗੱਲ ਸੀ, ਆਹ ਤੁਹਾਡੀ ਕੇਬਲ ਵਾਲੀ ਗੱਲ ਹੈ। ਚਲੋ ਇਹ ਇਮੀਡੀਏਟ ਲਾਗੂ ਹੋ ਜਾਊਗੀ, ਪਰ ਮੈਨੂੰ ਕਿਤੇ ਇੱਕ ਦੁਕਾਨ 'ਤੇ ਆਪਾਂ ਚੱਲਦੇ ਹਾਂ, ਕਿਤੇ ਦਿਖਾ ਦਿਓ, ਆਪਾਂ ਕਹਾਂਗੇ ਯਾਰ 5 ਰੁਪਏ ਰੇਤਾ ਦੇ ਸਾਨੂੰ, ਆਪਾਂ ਕਹਾਂਗੇ 5 ਨਾ ਦੇ, 7 ਦੇ ਦੇ, 10 ਦੇ ਦੇ, 20 ਦੇ ਦੇ। ਪਰ ਜੇ 20 ਨੂੰ ਵੀ ਨਾ ਮਿਲੇ ਫਿਰ ਆਪਾਂ ਕਿੰਨੀ ਸੱਚਾਈ ਮੰਨਾਂਗੇ। ਕੇਬਲ ਵਾਲੀ ਗੱਲ ਤੁਸੀਂ ਦੇਖ ਹੀ ਲਈ, ਅੱਜ ਸਾਰੇ ਅਖਬਾਰਾਂ ਦੇ ਵਿੱਚ ਫਰੰਟ ਪੇਜ 'ਤੇ ਆਇਆ ਕਿ ਇਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ। ਇਹ ਤਾਂ 18 ਰੁਪਏ ਉਹਦੇ ਟੈਕਸ ਲੈਂਦੇ ਨੇ, 18%। ਜੇ 154 ਰੁਪਏ ਦੇ 18% ਦੇਖ ਲਈਏ ਤਾਂ 27-28 ਰੁਪਏ ਤਾਂ ਇਹਦੇ ਇਹੀ ਹੋ ਗਏ। ਸੋ 200 ਚੈਨਲ ਲਿਖਿਆ ਉਹਨਾਂ ਨੇ, ਜਿਹੜਾ ਅਖਬਾਰ ਦੇ ਵਿੱਚ ਲਿਖਿਆ 200 ਚੈਨਲ ਲਿਖਿਆ। ਇਹਦਾ ਮਤਲਬ 100 ਰੁਪਈਆ ਅੱਜ ਵੀ 100 ਰੁਪਏ ਦੇ ਟੈਸਟੇਜ 'ਚ ਹੋ ਗਿਆ, 105, 10, 20 ਰੁਪਏ ਹੋ ਗਈ। ਸੋ ਇਹਨਾਂ ਦੇ ਅਧਿਕਾਰ ਖੇਤਰ 'ਚ ਹੈ ਨਹੀਂ। ਜਦ ਤਾਂ ਇਹ ਕਹਿਣ ਵੀ ਲਓ ਜੀ ਸਾਡਾ ਟੈਕਸ ਹੈ, ਅਸੀਂ ਟੈਕਸ ਮਾਫ ਕਰਤਾ, ਫਿਰ ਤਾਂ ਠੀਕ ਹੈ। ਆਪਣਾ ਤਾਂ ਕੋਈ ਘਟਾਈ ਨਹੀਂ ਚੀਜ਼, ਤੇ ਆਪਾਂ ਤੀਏ ਬੰਦੇ ਨੂੰ ਕਹਿੰਦੇ ਵੀ ਤੈਨੂੰ ਹੁਕਮਨਾਮਾ ਜਾਰੀ ਕਰਤਾ ਵੀ ਤਾਂ ਇਹ ਗੱਲ ਕਰਨੀ ਹੈ। ਇਹ ਕੋਈ ਸੈਂਸ ਨਹੀਂ ਮੰਨਦਾ। ਰਖੜਾ ਸਾਹਿਬ, ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਨੇ ਕਾਫੀ ਮਦਦ ਕੀਤੀ, ਤੁਹਾਡੇ ਭਰਾ ਦੇ ਵੱਲੋਂ ਲੰਗਰ ਲਗਾਇਆ ਗਿਆ ਸੀ ਉੱਥੇ, ਪਰ ਜਦੋਂ ਉਹ ਭਾਰਤ ਆਉਂਦੇ ਉਹਨਾਂ ਨੂੰ 에ਅਰਪੋਰਟ ਤੋਂ ਮੋੜ ਦਿੱਤਾ ਜਾਂਦਾ, ਉਹਦਾ ਖਮਿਆਜਾ ਭੁਗਤਣਾ ਪਿਆ ਜੋ ਸੇਵਾ ਕੀਤੀ ਕਿਸਾਨਾਂ ਦੀ। ਦੇਖੋ, ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੈ। ਉਹ ਵਾਪਸ ਮੋੜ ਦਿੰਦੇ, ਉਹਦਾ ਮੈਨੂੰ ਇੰਨਾ ਦੁੱਖ ਨਹੀਂ ਸੀ ਹੋਣਾ, ਪਰ ਕੋਈ ਐਲੀਗੇਸ਼ਨ ਇਹੋ ਜਿਹਾ ਲਾਉਂਦੇ ਜਿਹੜਾ ਕੋਈ ਜੱਜਦੀ ਹੁੰਦੀ ਗੱਲ। ਇਹਦਾ ਬਖਸ਼ਿਸ਼ ਗੁਰੂ ਮਹਾਰਾਜ ਦੇ ਬਾਬੇ ਨਾਨਕ ਦੇ ਸਾਡੇ 20 ਰੁਪਏ ਦੀ FDR ਕਰਾਈ ਸੀ। ਮੈਂ ਤੁਹਾਨੂੰ ਦੱਸਣ ਲੱਗਿਆ, ਆਪਣੀ ਗੱਲ ਵੈਸੇ ਕਦੇ ਕਰਨੀ ਨਹੀਂ ਚਾਹੀਦੀ, ਪਰ ਇਹ ਬਖਸ਼ਿਸ਼ ਗੁਰੂ ਮਹਾਰਾਜ ਦੀ ਹੁੰਦੀ ਹੈ। ਸਾਡਾ ਪਰਿਵਾਰ, ਸਾਡੇ ਪਿਤਾ ਜੀ ਬਹੁਤ ਗਰੀਬੀ ਤੋਂ ਥੱਲੇ ਚੁੱਕੇ। ਉਹ ਦੱਸਦੇ ਹੁੰਦੇ ਸੀ ਵੀ ਜਿਵੇਂ ਕਰੋਨਾ ਆਇਆ, ਪਲੇਗ ਦੀ ਬਿਮਾਰੀ ਆਈ ਸੀ 20 ਦੇ 8 'ਚ 1920 'ਚ, ਉਹ ਕਹਿੰਦੇ ਮੇਰੇ ਪੇਰੈਂਟਸ ਦੀ ਦੋਹਾਂ ਦੀ ਡੈਥ ਹੋ ਗਈ ਸੀ, ਮੇਰੇ ਕੋਲ ਖਾਣ ਪੀਣ ਦਾ ਵੀ ਕੋਈ ਇੰਤਜ਼ਾਮ ਨਹੀਂ ਸੀ, ਪਰ ਮੈਨੂੰ ਕਿਸੇ ਨੇ ਕਹਾ ਕਿ ਫੌਜ 'ਚ ਭਰਤੀ ਕਰਾਇਆ। ਜਿਹੜੀ ਮੈਨੂੰ 3 ਸਾਲ ਦੀ ਪਹਿਲੇ ਦੀ ਤਨਖਾਹ ਮਿਲੀ, ਮੈਂ ਉਹ 3 ਸਾਲ ਦੀ ਤਨਖਾਹ ਦਾ ਇੱਕ ਸਾਡੇ ਮਡੌੜ ਪਿੰਡ ਹੈ, ਉੱਥੇ ਕੋਠਾ ਬਣਵਾ ਕੇ ਦਿੱਤਾ, ਇੱਕ ਕੂਈ ਲਵਾਈ, ਉੱਥੇ ਪਾਣੀ ਪਿਆਉਣ ਦਾ ਇੰਤਜ਼ਾਮ ਕੀਤਾ। ਕਿੰਨੀ ਤਨਖਾਹ ਤੇ ਕੰਮ ਕੀਤਾ ਤੁਸੀਂ ਫੌਜ 'ਚ? ਉਹ ਫੌਜ 'ਚ 14 ਰੁਪਏ ਤੇ ਭਰਤੀ ਹੋਈ ਸੀ ਜੀ, 14 ਰੁਪਏ ਤਨਖਾਹ ਸੀ ਉਹਨਾਂ ਦੀ। ਕੈਪਟਨ ਸਾਹਿਬ ਦੇ ਫਾਦਰ ਨੇ ਜੋ ਲਾਇਆ ਸੀ ਉਹਨਾਂ ਨੂੰ ਕਿ ਅਸੀਂ ਤੁਹਾਨੂੰ 4 ਪ੍ਰਮੋਸ਼ਨਾਂ ਦਿੰਦੇ ਹਾਂ, 30 ਰੁਪਏ ਤਨਖਾਹ ਕਰਦੇ ਹਾਂ, ਪਰ ਉਹ ਕਹਿੰਦੇ ਮੈਨੂੰ ਜਿਹੜੇ ਬੰਦੇ ਨੇ ਭਰਤੀ ਕਰਵਾਇਆ ਸੀ ਉਹਨੇ ਕਿਹਾ ਸੀ ਕਿ ਵੀ ਤਾਂ ਇੱਥੇ ਕਰਨਾ, ਮੇਰਾ ਉਹਦੇ ਸਥਾਨ ਸੀ, ਪਰ ਮੈਂ ਉਹ ਛੱਡ ਕੇ ਪਰਮਾਤਮਾ ਨੇ ਬਾਹ ਫੜ ਲਈ। ਸੈਕੰਡ ਵਰਲਡ ਵਾਰ ਲੱਗੀ, ਸੈਕੰਡ ਵਰਲਡ ਵਾਰ ਦੇ ਵਿੱਚ IDS ਬਹਾਦਰ ਬਣੇ, ਉਹੀ ਉਹਨਾਂ ਨੂੰ 4 ਪ੍ਰਮੋਸ਼ਨਾਂ ਹੀ ਮਿਲੀਆਂ, 6000 ਰੁਪਈਆ ਇਨਾਮ ਵੀ ਮਿਲਿਆ। ਉਦੋਂ 6000 ਰੁਪਈਆ ਬੜੀ ਵੱਡੀ ਗੱਲ ਸੀ। ਅਤੇ ਫਿਰ ਸਾਡੀ ਸ਼ੂਗਰ ਮਿਲ ਲੱਗੀ ਆ। ਅਸੀਂ ਸਾਰਾ ਟੱਬਰ ਸਵੇਰੇ 4 ਵਜੇ ਉੱਠਦੇ ਸੀ, ਕੋਈ ਸਾਡੇ ਪਰਿਵਾਰ ਦਾ ਜੀਅ ਨਹੀਂ ਸੀ ਉਹਦਾ ਜਿਹੜਾ ਨਾ ਪ੍ਰਸ਼ਾਦਾ ਪਕਾਉਂਦਾ ਹੋਵੇ। ਸਾਰੇ ਪ੍ਰਸ਼ਾਦਾ ਪਕਾਉਂਦੇ ਸੀ, ਇਕੱਲੇ ਟਰਾਲੀ ਵਾਲੇ ਨੂੰ ਛਕਾ ਕੇ ਸੀ। ਇੱਕ ਦਿਨ ਨਹੀਂ, 3 ਮਹੀਨੇ ਲਗਾਤਾਰ ਛਾਲ ਦੇ ਵਿੱਚ ਚੱਲਦਾ ਰਿਹਾ। ਅਤੇ ਜਦ ਤਾਮਿਲਨਾਡੂ ਦੇ ਵਿੱਚ ਸੁਨਾਮੀ ਆਈ ਹੈ, ਇੱਥੋਂ 3500 ਕਿਲੋਮੀਟਰ ਤਾਮਿਲਨਾਡੂ, ਉਦੋਂ ਵੀ ਇੱਕ ਪੂਰੀ ਸਰਕਾਰ ਨੇ ਸਾਨੂੰ ਟ੍ਰੇਨ ਫ੍ਰੀ ਦਿੱਤੀ ਸੀ। ਇੱਕ ਪੂਰੀ ਟ੍ਰੇਨ 5 ਕਰੋੜ ਰੁਪਏ ਦੀ ਭਰ ਕੇ ਉੱਥੇ ਲੈ ਕੇ ਗਏ ਸੀ। ਉੱਥੇ ਅਸੀਂ 1 ਮਹੀਨਾ ਰਹਿ ਕੇ ਭੁੰਜੇ ਪੈਂਦੇ ਰਹੇ ਹਾਂ, ਅਸੀਂ ਕਾਮਨ ਬਾਥਰੂਮਾਂ 'ਚ ਨਹਾਉਂਦੇ ਰਹੇ ਹਾਂ। ਅਸੀਂ, ਮੈਂ ਖੁਦ ਨਾਲ ਸੀ, 350 ਬੰਦਾ ਲੈ ਕੇ ਗਏ ਸੀ ਅਸੀਂ ਜੀ ਉੱਥੇ। ਉਦੋਂ ਸਰਕਾਰ ਇਹ ਗੱਲ ਕਹਿੰਦੀ ਸੀ ਕਿ ਜੀ ਬਹੁਤ ਵਧੀਆ ਕੰਮ ਕਰ ਰਹੇ ਹਾਂ। ਸਾਡਾ ਲਿਜਾ ਕੇ ਉਹਨਾਂ ਨੇ DC ਆਫਿਸ ਵਿੱਚ ਸਤਿਕਾਰ ਕੀਤਾ, ਗਵਰਨਰ ਹਾਊਸ ਵੀ ਕੀਤਾ, ਈਵਨ ਰਾਸ਼ਟਰਪਤੀ ਭਵਨ 'ਚ ਵੀ ਉਹਨਾਂ ਨੇ ਕਿਹਾ। ਜੇ ਅੱਜ ਸਾਡੇ ਘਰ ਦੇ ਵਿੱਚ ਅੱਗ ਲੱਗੀ ਹੋਈ ਹੈ, ਕਿੰਨਾ ਉਹ ਹੋ ਰਿਹਾ, ਜੇ ਅੱਜ ਲੰਗਰ ਲਾਤਾ ਤੇ ਉਹਦੇ ਲਈ ਉਹ ਕਹਿਣਗੇ ਉਹਨੂੰ ਵਾਪਸ ਭੇਜਣਾ ਹੈ। ਤੁਹਾਡੇ ਨਾਲ ਮੁਲਾਕਾਤ ਹੋਈ ਫਿਰ ਜਦੋਂ 에ਅਰਪੋਰਟ ਤੋਂ ਮੋੜਿਆ ਗਿਆ ਵਾਪਸ? ਨਹੀਂ, ਮੁਲਾਕਾਤ ਕਿਵੇਂ ਹੋਣੀ ਸੀ? ਟੈਲੀਫੋਨ 'ਤੇ ਹੀ ਗੱਲ ਹੋਈ। ਕੈਨ ਯੂ ਬਲੀਵ ਕਿ ਜੀ ਉੱਥੇ ਦਾ ਐਮਬੈਸਡਰ ਟੈਲੀਫੋਨ ਕਰਦਾ ਹੋਵੇ, ਉਹਦਾ ਕਾਉਂਸਲਰ ਟੈਲੀਫੋਨ ਕਰਦਾ ਹੋਵੇ। ਜੇ ਮੋਦੀ ਸਾਹਿਬ ਉੱਥੇ ਜਾਂਦੇ ਤਾਂ ਕਹਿੰਦੇ ਦਰਸ਼ਨ ਧਾਲੀਵਾਲ ਨੂੰ ਬੁਲਾ ਲਓ, ਅਮਰੀਕਾ ਦਾ ਪ੍ਰੈਜ਼ੀਡੈਂਟ ਉੱਥੇ ਆਵੇ ਤਾਂ ਉਹ ਕਹਿੰਦੇ ਦਰਸ਼ਨ ਧਾਲੀਵਾਲ ਨੂੰ ਬੁਲਾ ਲਓ। ਅਤੇ ਇਹ ਇੱਕੋ ਗੱਲ ਕਿ ਜੀ ਲੰਗਰ ਲਾਇਆ, ਤੁਸੀਂ ਪ੍ਰੋਮਿਸ ਕਰ ਲਓ ਕਿ ਅਸੀਂ ਲੰਗਰ ਬੰਦ ਕਰ ਲਾਂਗੇ। ਕੋਈ ਲੰਗਰ ਬੰਦ ਕਰਨ ਦੀ ਗੱਲ ਕਰੇ, ਉਹ ਕਹਿਣ ਕਿ ਵੀ ਤੁਸੀਂ ਲੈਕਚਰ ਕੀਤਾ ਹੈ, ਕਿਤੇ ਤੁਸੀਂ ਭੜਕਾਇਆ ਹੈ, ਕੋਈ ਹੋਰ ਕਰਾਇਆ। ਮੈਂ ਕਹਿੰਦਾ ਇੱਦਾਂ ਦਾ ਕੋਈ ਐਲੀਗੇਸ਼ਨ ਲਾ ਕੇ ਵਾਪਸ ਮੋੜਦੇ, ਕੋਈ ਦਿੱਕਤ ਨਹੀਂ ਸੀ। ਘਰ ਦੇ ਵਿੱਚ ਕੋਈ ਸਮਾਗਮ ਸੀ, ਉੱਥੇ ਆਉਣਾ ਸੀ ਉਹਨਾਂ ਨੇ? ਸਾਡੀ ਬੇਟੀ ਦਾ ਵਿਆਹ ਸੀ, ਬੇਟੀ ਦੇ ਵਿਆਹ 'ਚ ਆਉਣਾ ਸੀ। ਉਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਗੱਲ ਬੜੀ ਹੋਈ ਸੀ ਕਿ ਵਿਆਹ ਕਰਕੇ ਇਹਨਾਂ ਦਾ ਵੀਕ ਪੁਆਇੰਟ ਹੋਣਾ, ਇਹ ਸ਼ਾਇਦ ਕਹੀ ਦੇਣਗੇ ਕਿ ਵੀ ਅਸੀਂ ਲੰਗਰ ਬੰਦ ਕਰ ਲੈਂਦੇ ਹਾਂ। ਉਹਨਾਂ ਦੇ ਮਨ 'ਚ ਇੰਨੀ ਗੱਲ ਸੀ। ਪਰ ਜਿੱਥੇ ਬਖਸ਼ਿਸ਼ ਗੁਰੂ ਮਹਾਰਾਜ ਦੀ ਹੋਵੇ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਵੇ, ਉੱਥੇ ਕੋਈ ਕਿੰਨੀ ਵੀ ਗੱਲ ਹੋ ਜਾਵੇ ਪਰ ਲੰਗਰ ਵਾਲੀ ਗੱਲ ਨਹੀਂ ਹੋ ਸਕਦੀ। ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜੇ ਸਾਡੇ 'ਚ ਕਿਤੇ ਕੋਈ ਕਮਜ਼ੋਰੀ ਆ ਵੀ ਜਾਵੇ, ਅਸੀਂ ਲੰਗਰ ਬੰਦ ਕਰਨ ਦੀ ਗੱਲ ਹੈ, ਸਾਡੀ ਬਜਾਏ ਤੇ ਉੱਥੇ 100 ਬੰਦਾ ਲੰਗਰ ਹੋਰ ਲਾਊਗਾ। ਇਹ ਪੰਜਾਬ ਦੇ ਲੋਕਾਂ ਦੀ ਡਿਵੋਸ਼ਨ ਹੈ।
ਤੇ ਇਹ ਸਾਡੇ ਲੰਗਰ ਨਾਲ ਥੋੜ੍ਹਾ ਚੱਲ ਰਿਹਾ ਵੀ ਸਾਡੇ ਕਰਕੇ ਚੱਲ ਰਿਹਾ, ਇਹ ਤਾਂ ਬਾਬੇ ਨਾਨਕ ਦੀ ਬਖਸ਼ਿਸ਼ ਹੈ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ। ਆ ਡਿਊਟੀ ਬਣਦੀ ਹੈ ਤਾਂ ਮੈਂ ਸਮਝਾਂ ਵੀ ਸਾਡੀ ਡਿਊਟੀ ਹੈ, ਫਰਜ਼ ਬਣਦਾ ਹੈ, ਇਹ ਕੰਮ ਕਰਨਾ ਬਣਦਾ ਹੈ। ਰਖੜਾ ਸਾਹਿਬ ਥੋੜਾ ਜਿਹਾ ਸਮਾਂ ਲੈਣਾ ਤੁਹਾਡਾ, ਬੀਜੇਪੀ ਨਾਲ ਮੁੜ ਗੱਠਜੋੜ ਹੋ ਸਕਦਾ ਕਿਉਂਕਿ ਕਾਨੂੰਨ ਰੱਦ ਹੋ ਚੁੱਕੇ ਨੇ, ਚਰਚਾ ਲੋਕਾਂ ਦੇ ਵਿੱਚ ਹੈਗੀ ਆ ਵੀ ਅਕਾਲੀ ਦਲ ਬੀਜੇਪੀ ਨਾਲ ਗੱਠਜੋੜ ਕਰੇਗਾ? ਦੇਖੋ ਮੈਨੂੰ ਤਾਂ ਲੱਗਦਾ ਹੈ ਵੀ 0.1% ਵੀ ਇਹਦੇ ਚਾਂਸ ਹੈ ਨਹੀਂ, ਬਾਕੀ ਤਾਂ ਫੈਸਲਾ ਪਾਰਟੀ ਨੇ ਕਰਨਾ, ਸੁਖਬੀਰ ਸਿੰਘ ਬਾਦਲ ਨੇ ਕਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕਰਨਾ, ਪਰ ਮੈਨੂੰ 0.1% ਵੀ ਇਹ ਕਿਤੇ ਹੈ ਨਹੀਂ ਕਿ ਵੀ ਇਹ ਸਮਝੌਤਾ ਹੁਣ ਹੋ ਸਕਦਾ ਹੈ। ਸਟੇਜ ਹੀ ਨਹੀਂ ਹੈ, ਸਟੇਜ ਸਮਝੌਤਾ ਕਿਉਂ ਹੋਊ? ਸਟੇਜ ਦਾ ਸਾਡਾ BSP ਦੇ ਨਾਲ ਹੋਇਆ, ਬਹੁਤ ਵਧੀਆ ਚੱਲ ਰਿਹਾ, ਬੜੀ ਵਧੀਆ ਪੋਜੀਸ਼ਨ ਹੈ, ਸਾਰਾ ਕੁਝ ਪ੍ਰਮਾਤਮਾ ਨੇ ਠੀਕ ਬਣੇਗੀ 2022 ਸਰਕਾਰ? ਇਹ ਦੇਖੋ 100% ਬਣੂਗੀ। ਅੱਜ ਤੁਹਾਨੂੰ ਲੱਗਦਾ ਹੈ, ਤੁਸੀਂ ਦੇਖਿਓ ਸਹੀ ਹਾਲਾਤ ਦੇਖਿਓ, ਲੋਕ ਅੱਜ ਗੱਲ ਕਰਦੇ ਨੇ ਕਿ ਵੀ ਜੋ ਅਸੀਂ ਕੰਮ ਕੀਤੇ ਨੇ, ਇਹ ਲੋਕ ਹੁਣ ਸਮਝ ਗਏ ਕਿ ਜੋ ਉਹਨਾਂ ਨੇ ਕਿੰਨੇ ਵਾਅਦੇ ਕੀਤੇ ਸੀ, ਕਿੰਨੇ ਉਹ ਗੱਲਾਂ ਕੀਤੀਆਂ ਸੀ, ਜਿੰਨੇ ਸਾਡੇ ਦੇ ਝੂਠੇ ਐਲੀਗੇਸ਼ਨ ਲਾਏ ਸੀ, ਉਹਨਾਂ ਦਾ ਲੋਕਾਂ ਨੇ 5 ਸਾਲ ਦੇ ਵਿੱਚ ਰਿਜ਼ਲਟ ਦੇਖ ਲਿਆ। ਕਿਹੜੇ ਕਿਹੜੇ ਏਜੰਡਿਆਂ ਤੇ ਕੰਮ ਕਰੋਗੇ ਕਿਉਂਕਿ ਚੋਣ ਬਿਲਕੁਲ ਨੇੜੇ ਆ, ਕਿਹੜੇ ਕਿਹੜੇ ਮੁੱਖ ਏਜੰਡਿਆਂ ਤੇ ਕੰਮ ਕਰੋਗੇ? ਦੇਖੋ ਸਭ ਤੋਂ ਵੱਡੀ ਗੱਲ ਤਾਂ ਸਾਡੀ ਇਹ ਹੈ, ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਹਰ ਬੰਦੇ ਦੇ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੁੰਦਾ, ਕਿਤੇ ਬੁਲਾ ਲੈਣ ਉੱਥੇ ਜਾਂਦਾ ਹੈ, ਕਿਸੇ ਬੰਦੇ ਪੁੱਛੋ। ਦੂਜੀ ਗੱਲ, ਜੋ ਡਿਵੈਲਪਮੈਂਟ ਕੀਤੀ ਹੈ, ਜੋ ਕੰਮ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਨੇ, ਚਾਹੇ ਪਿੰਡਾਂ 'ਚ ਕੀਤੇ, ਚਾਹੇ ਸ਼ਹਿਰਾਂ ਦੇ ਵਿੱਚ ਕੀਤੇ, ਤੇ ਮੈਂ ਹੁਣ ਤੁਹਾਨੂੰ ਆਪਣੀ ਗੱਲ ਦੱਸਦਾ, ਸਾਡੇ ਪਤਾ ਲੱਗਿਆ ਕਿ ਵੀ ਸਾਡੇ ਗ੍ਰਿਡਾਂ ਦੀ ਕਮੀ ਹੈ, ਬਿਜਲੀ ਦੀ ਸਾਰੇ ਪ੍ਰੋਬਲਮ ਆਉਂਦੀ ਹੈ। 5 ਗ੍ਰਿਡ ਮੈਂ ਆਪਣੀ ਕੰਸਟੀਟਿਊਂਸੀ ਨਵੇਂ ਲਾਏ, ਫਿਰ ਇੱਥੇ ਬਸ ਨਹੀਂ ਪਤਾ ਲੱਗਿਆ ਵੀ ਸਾਡੇ ਇੱਕ ਬੰਦੇ ਦੀ ਡੈਥ ਹੋ ਗਈ ਸਵਾਣੇ ਦੇ ਵਿੱਚ ਬਿਜਲੀ ਤਾਰ ਨੂੰ ਹੱਥ ਲਾ ਕੇ। 15 ਕਰੋੜ ਰੁਪਏ ਦਾ ਉੱਥੇ ਅਸੀਂ ਟਾਟਾ ਨੂੰ ਠੇਕਾ ਦੇ ਕੇ 15 ਕਰੋੜ ਰੁਪਏ ਸਾਰਾ ਟਰਾਂਸਫਾਰਮਰ ਬਦਲੇ, ਸਾਰੀਆਂ ਤਾਰਾਂ ਬਦਲੀਆਂ। ਫਿਰ ਸਾਡੇ 2 ਪੁਲ ਸੀ ਬਹੁਤ ਵੱਡੇ, ਇੱਕ ਬੰਮਣੇ ਵਾਲਾ ਪੁਲ ਸੀ, ਇੱਕ ਘਿਉਰੇ ਵਾਲਾ ਪੁਲ ਸੀ, ਜਿੱਥੇ ਇੱਕ ਤਾਂ ਬੰਮਣੇ ਪਿੰਡ ਦੀ ਟਾਲੀ ਸੀਗੀ, ਉੱਥੇ ਡਿੱਗ ਕੇ ਕਈ ਕੈਜੂਅਲਟੀਜ਼ ਹੋਈਆਂ। ਉਹਨਾਂ ਦਾ ਨਾਂ ਪੁਲਾਂ ਦਾ ਪਤਾ ਕੀ ਨਾਂ ਰੱਖਿਆ? ਖੂਨੀ ਪੁਲ। 3 ਮਹੀਨੇ ਦੇ ਵਿੱਚ 2 ਪੁਲ ਅਸੀਂ ਲਾਦੇ ਸੀਗੇ ਜੀ। ਤੇ ਜੇ ਤੁਸੀਂ ਅੱਜ ਕੰਮਾਂ ਦੀ ਗਿਣਤੀ ਕਰਨ ਲੱਗ ਜਾਓ, ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈ? ਆਪਣਾ ਸਾਡੇ 50 ਪਿੰਡ ਡਕਾਏ ਸਾਈਡ ਦੇ ਮੇਰੇ ਨਵੇਂ ਆਏ ਸੀ, ਮੈਂ ਉਹਨਾਂ ਪਿੰਡਾਂ ਦੇ ਵਿੱਚ ਗਿਆ। ਸਾਡੇ ਕਰਹਾਈ ਸਾਹਿਬ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ, 6ਵੀਂ ਪਾਤਸ਼ਾਹੀ ਤੇ 9ਵੀਂ ਪਾਤਸ਼ਾਹੀ ਉੱਥੇ ਆਏ ਨੇ। ਜਾ ਕੇ ਲੋਕਾਂ ਨਾਲ ਗੱਲ ਕੀਤੀ, ਪੁੱਛਿਆ ਵੀ ਤੁਸੀਂ ਦਿੱਕਤਾਂ ਦੱਸੋ ਵੀ ਕੀ ਕੰਮ ਕਰਨਾ, ਕੀ ਨਹੀਂ ਕਰਨਾ। ਉਹ ਕਹਿੰਦੇ ਜੀ ਕੰਮ ਤਾਂ ਅਸੀਂ ਕੁਛ ਨਹੀਂ ਕਰਾਉਣਾ, ਜੇ ਸਾਡੇ ਦਾ ਖਿਲਾ ਸਕਦੇ ਹੋ ਤਾਂ ਅਸੀਂ ਸਾਡੇ ਕਾਲਜ ਖਿਲਾ ਕੇ ਦਿਓ ਕੁੜੀਆਂ ਦਾ, ਸਾਡੇ ਤਾਂ ਕੁੜੀਆਂ ਨੂੰ ਪੜ੍ਹਾਉਣ ਦੀ ਦਿੱਕਤ ਹੈ ਜੀ। ਮੈਨੂੰ ਵਿਸ਼ਵਾਸ ਨਹੀਂ ਆਉਂਦਾ ਕਿ ਮੈਂ ਇਹ ਗੱਲ ਕੋਈ ਸਾਲ ਲਾਲ ਸਿੰਘ ਉੱਥੇ 10 ਸਾਲ ਡਿਪਟੀ ਮੁੱਖ ਮੰਤਰੀ ਰਹੇ ਨੇ, ਬੜੇ ਵੱਡੇ ਮਹਿਕਮੇ ਸੀ ਉਹਨਾਂ ਕੋਲ, ਵੀ ਜੇ ਇਹ ਨਹੀਂ ਕਰਾ ਸਕਦੇ, ਲੋਕਾਂ ਦੀ ਐਡੀ ਵੱਡੀ ਮੰਗ ਹੈ ਤਾਂ ਮੇਰੇ ਬਾਤ ਦਾ ਹੋਣਾ ਨਹੀਂ। ਮੈਂ ਉਹਨਾਂ ਪ੍ਰੋਮਿਸ ਨਹੀਂ ਕੀਤਾ, ਮੈਂ ਜਾ ਤੁਹਾਡੇ ਕੋਲ ਪਰਸੋਂ ਆਊਂਗਾ। ਪਰਸੋਂ ਗਿਆ, ਗੱਲਬਾਤ ਕਰਕੇ ਆਇਆ, ਪਰਸੋਂ ਆ ਕੇ ਨੀਂਹ ਪੱਥਰ ਰੱਖਿਆ। ਲੋਕ ਗੱਲਾਂ ਕਰਦੇ ਸੀ ਵੀ ਲਓ ਜੀ ਇਹ ਇੱਕ ਡਰਾਮੇਬਾਜ਼ੀ ਹੋ ਗਈ, ਇਹ ਨੀਂਹ ਪੱਥਰ 4 ਪਹਿਲਾਂ ਧਰੇ ਗਏ, 5ਵਾਂ ਧਰਿਆ ਗਿਆ ਜੀ, ਇਲੈਕਸ਼ਨ ਹੋ ਜੂਗੀ, ਫਿਰ ਇਲੈਕਸ਼ਨ ਨੀਂਹ ਪੱਥਰ ਫੇਰ ਪੱਟਿਆ ਜਾਊਗਾ। 1 ਹਫ਼ਤੇ ਦੇ ਵਿੱਚ ਮੈਂ ਕਾਲਜ ਸ਼ੁਰੂ ਕਰਤਾ ਸੀ। ਅੱਜ ਜਾ ਕੇ ਦੇਖ ਲਓ ਵੀ ਕਿੰਨਾ ਸੋਹਣਾ ਕਾਲਜ ਬਣਿਆ ਹੈ ਕੁੜੀਆਂ ਦਾ ਜੀ, ਕਿੰਨਾ ਵਧੀਆ ਚੱਲ ਰਿਹਾ ਹੈ। 1 ਹਫ਼ਤੇ ਦੇ ਵਿੱਚ ਉੱਥੇ ਇੱਕ ਹਾਲ ਬਣਿਆ ਹੋਇਆ ਸੀ, ਬਹੁਤ ਵੱਡਾ ਆਪਣਾ ਕੀਰਤਨ ਦਰਬਾਰ ਦਾ ਹਾਲ ਸੀਗਾ, ਤੇ ਉੱਥੇ ਜਾ ਕੇ 35 ਮਿਸਤਰੀ ਲਾ ਕੇ ਅਸੀਂ 1 ਹਫ਼ਤੇ ਸਾਰੀਆਂ ਮਨਜ਼ੂਰੀਆਂ ਲਈਆਂ ਯੂਨੀਵਰਸਿਟੀ ਤੋਂ। 1 ਹਫ਼ਤੇ ਦੇ ਵਿੱਚ ਉਹ ਬਿਲਡਿੰਗ ਕੰਪਲੀਟ ਕਰਕੇ ਅੱਜ ਵੀ ਜਾ ਕੇ ਦੇਖ ਲਓ ਬਿਲਡਿੰਗ ਖੜੀ ਆ ਉਹ, ਤੇ ਕਿੰਨੀ ਸੋਹਣੀ ਬਿਲਡਿੰਗ ਬਣੀ ਸੀਗੀ, ਤੇ ਅੱਜ ਤਾਂ ਬਿਲਡਿੰਗ ਬਹੁਤ ਵੱਡੀ ਬਣ ਗਈ, ਬਹੁਤ ਵਧੀਆ ਕਾਲਜ ਚੱਲ ਪਿਆ। ਸੋ ਇਰਾਦਾ ਹੋਵੇ, ਗੁਰੂ ਮਹਾਰਾਜ ਦੀ ਕਿਰਪਾ ਹੋਵੇ, ਸੱਚੇ ਪਾਤਸ਼ਾਹ ਦੀ ਮਿਹਰ ਹੋਵੇ, ਫਿਰ ਸਾਰੇ ਗੱਲਾਂ ਸਮੂਥਲੀ ਹੋ ਜਾਂਦੀਆਂ ਜੀ। ਬਹੁਤ ਬਹੁਤ ਧੰਨਵਾਦ ਜੀ ਗਲੋਬਲ, ਬਹੁਤ ਧੰਨਵਾਦ, ਥੈਂਕ ਯੂ ਜੀ, ਥੈਂਕ ਯੂ। ਇਹ ਸਨ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ। ਪਾਰਟੀ ਦੇ ਵਿੱਚ ਸੀਨੀਅਰ ਲੀਡਰ ਨੇ, ਅਕਾਲੀ ਦਲ ਦੇ ਵਿੱਚ, ਹੋਰ ਵੀ ਸਿਆਸਤ ਦੇ ਵਿੱਚ ਕਾਫੀ ਇਹਨਾਂ ਨੂੰ ਜਿਹੜੀ ਸਮਝ ਹੈ। ਸਾਫ਼ ਇਹਨਾਂ ਨੇ ਕਿਹਾ ਕਿ 2022 ਦੇ ਵਿੱਚ ਅਕਾਲੀ ਦਲ ਦੀ ਮੁੜ ਵਾਪਸੀ ਹੋਵੇਗੀ ਤੇ ਵਧੀਆ ਸੀਟਾਂ ਦੇ ਨਾਲ ਇਹ ਜਿਹੜੀ ਚੋਣ ਜਿੱਤਣਗੇ। ਨਾਲ ਦੀ ਨਾਲ ਉਹਨਾਂ ਨੇ ਮੁੱਖ ਮੰਤਰੀ ਚੰਨੀ ਨੂੰ ਵੀ ਚੈਲੰਜ ਕੀਤਾ ਕਿ ਜੋ ਉਹਨਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਰੇਤ ਬਹੁਤ ਸਸਤੀ ਹੋ ਗਈ ਆ, ਉਹ ਕਹਿੰਦੇ ਸਾਨੂੰ ਦਿਖਾਓ ਤੁਸੀਂ, ਜੇ ਦੁਕਾਨਾਂ ਤੇ ਗੇੜਾ ਮਾਰੋਗੇ ਤਾਂ ਰੇਟ ਦਾ ਜਿਹੜਾ ਉਹੀ ਆ, ਰੇਤੇ ਦਾ ਰੇਟ ਉਹੀ ਆ, ਪੁਰਾਣਾ ਉਹੀ ਮਿਲ ਰਿਹਾ, ਸਿਰਫ ਹਵਾ 'ਚ ਗੱਲਾਂ ਹੋ ਰਹੀਆਂ ਨੇ। ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ, ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।